ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗ ਟੈਲੀਵਿਜ਼ਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਇੱਕ ਖਾਸ ਮੁਲਾਕਾਤ ਵਿੱਚ ਜੀ ਆਖਦੇ ਹਾਂ। ਅੱਜ ਦੀ ਖਾਸ ਮੁਲਾਕਾਤ ਸਾਡੇ ਬਹੁਤ ਉੱਚੇ ਭਾਗ, ਇੱਕ ਐਸੀ ਸ਼ਖਸੀਅਤ ਕਿ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਕੁੱਲਾਂ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਨ੍ਹਾਂ ਨੂੰ ਸੇਵਾ ਬਖਸ਼ੀ, ਐਸੀ ਸੇਵਾ ਬਖਸ਼ੀ, ऐसे पुत्र स्थान की सेवा बख्शी। उस जनरेशन की 10वीं जनरेशन, 10वीं कुल जो है वो अज आप जी दे नाल रूबरू हो रहे हैं। साडे बहुत ही सत्कारयोग भाई परमवीर सिंह जी, भाई साहब जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। परमवीर सिंह जी, आप जी का बहुत बहुत धन्यवाद संगत टेलीविजन ते एक खास मुलाकात दे विच आप जी ने समा कढिया। ਅੱਜ ਆਪ ਜੀ ਸਾਡੀਆਂ ਸੰਗਤਾਂ ਨਾਲ ਰੂਬਰੂ ਹੋ ਰਹੇ ਹੋ। ਹਾਂਜੀ, ਧੰਨਵਾਦ ਜੀ। ਪਰਮਵੀਰ ਸਿੰਘ ਜੀ, ਥੋੜਾ ਜਿਹਾ ਆਪਾਂ, ਕਿਉਂਕਿ ਜਿਸ ਤਰ੍ਹਾਂ ਮੈਂ ਸ਼ੁਰੂਆਤ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਜਿੱਥੇ ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਉਹ ਪਰਿਵਾਰ ਦੀ ਕੁੱਲ ਜਿੱਥੇ ਗੁਰੂ ਮਹਾਰਾਜ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਜਿਹਨਾਂ ਨੂੰ ਸੇਵਾ ਬਖਸ਼ੀ ਸੀ, ਆਪ ਜੀ ਥੋੜਾ ਜਿਹਾ ਇੱਕ ਪਰਿਵਾਰ ਦੀ ਜੋ ਹਿਸਟਰੀ ਹੈ ਜੀਵਨ ਦੀ, ਉਹ ਥੋੜੀ ਜਿਹੀ ਸਾਡੀ ਸੰਗਤਾਂ ਨਾਲ ਜ਼ਰੂਰ ਸਾਂਝ ਪਾਓ ਜੀ। ਸਾਡੇ ਜਿਹੜੇ ਵੱਡੇ ਵਡੇਰੇ ਸਨ, ਉਹਨਾਂ ਦਾ ਨਾਂ ਭਾਈ ਜੀਵਨ ਦਾਸ ਜੀ ਸੀ। ਭਾਈ ਜੀਵਨ ਦਾਸ ਜੀ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਭ ਤੋਂ ਨਿਕਟਵਰਤੀ ਸੇਵਕ ਸਨ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਸਾਮ ਜਾਣਾ ਸੀ, ਅਸਾਮ ਜਾਣ ਦਾ ਕਾਰਨ ਮਹਾਰਾਜ ਦਾ ਇਹ ਸੀ ਕਿ ਅਸਾਮ ਦੀਆਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਡੇ ਛੋਟੇ ਛੋਟੇ ਬੱਚੇ ਜਿਹੜੇ ਨੇ ਇੱਥੇ ਰੋਗੀ ਰਹਿੰਦੇ ਨੇ ਤੇ ਇੱਥੇ ਜਾਦੂ ਟੋਣੇ ਦਾ ਬਹੁਤ ਵੱਡਾ ਅਸਰ ਹੈ, ਤੇ ਆਪ ਕਿਰਪਾ ਕਰੋ, ਇੱਥੇ ਆ ਕੇ ਚਰਨ ਧਾਰਨ ਕਰੋ। ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਗਏ। ਉਸ ਸਮੇਂ ਮਾਤਾ ਜੀ ਪਟਨਾ ਦੀ ਧਰਤੀ ਤੇ ਸਨ, ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਪੁੱਜੇ। ਜਦੋਂ ਮਹਾਰਾਜ ਅਸਾਮ ਗਏ, ਉੱਥੇ ਜੋ ਜਾਦੂ ਟੋਣਾ ਕਰਦੀ ਸੀ ਉਹ ਧੋਬੰਨੀ ਸੀ। ਉਸਨੇ ਮਹਾਰਾਜ ਨੂੰ ਅਸਾਮ ਦੇ ਵਿੱਚ ਨਾ ਪ੍ਰਵੇਸ਼ ਹੋਣ ਵਾਸਤੇ ਕਈ ਤਰੀਕੇ ਦੇ ਜਾਦੂ ਟੋਣੇ ਕੀਤੇ, ਆਪਣੀ ਕਲਾ ਵਰਤਾਈ, ਪਰ ਗੁਰੂ ਸਾਹਿਬ ਦੇ ਸਾਹਮਣੇ ਇੱਕ ਵੀ ਨਾ ਚੱਲ ਸਕੀ। ਉਹ ਥੱਕ ਹਾਰ ਗਈ। ਹਾਰ ਕੇ ਉਸਨੇ ਇੱਕ 12 ਫੁੱਟ ਵੱਡਾ ਪੱਥਰ ਗੁਰੂ ਸਾਹਿਬ ਦੇ ਉੱਪਰ ਸਿੱਟਿਆ। ਜਿਹੜਾ ਪੱਥਰ ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਰੋਕਿਆ, ਅੱਜ ਵੀ ਉਹ ਪੱਥਰ ਜਿਹੜਾ ਹੈ ਉੱਥੇ ਸੁਸ਼ੋਭਿਤ ਹੈ ਅਸਾਮ ਦੇ ਵਿੱਚ, ਧੋਬੜੀ ਦੇ ਵਿੱਚ, ਧੋਬੜੀ ਸਾਹਿਬ ਕੋਲ। ਫਿਰ ਉਸ ਦੇ ਬਾਅਦ ਉਸਨੇ ਆਪਣੀ ਕਰਾਮਾਤ ਵਜੋਂ ਉਹ ਧੋਬੰਨੀ ਨੇ ਇੱਕ ਬਹੁਤ ਵੱਡਾ ਦਰਖਤ ਰੁੱਖ ਜਿਹੜਾ ਹੈ ਮਹਾਰਾਜ ਦੇ ਉੱਪਰ ਸਿੱਟਿਆ, ਜਿਹੜਾ ਮਹਾਰਾਜ ਨੇ ਜ਼ਮੀਨ ਤੋਂ 3 ਮੰਜ਼ਲੀ ਉੱਪਰ ਹਵਾ ਦੇ ਵਿੱਚ ਹੀ ਉਸ ਦਰਖਤ ਨੂੰ ਰੋਕ ਦਿੱਤਾ। ਫਿਰ ਉਸਨੇ ਦੇਖਿਆ ਕਿ ਉਸ ਦੀ ਇੱਕ ਵੀ ਕਰਾਮਾਤ ਨਹੀਂ ਚੱਲ ਸਕ ਰਹੀ। ਉਹ ਗੁਰੂ ਸਾਹਿਬ ਦੇ ਸ਼ਰਣੀ ਪੈ ਗਈ, ਗੁਰੂ ਸਾਹਿਬ ਕੋਲੋਂ ਮਾਫੀਆਂ ਮੰਗੀਆਂ ਕਿ ਸੱਚੇ ਪਾਤਸ਼ਾਹ, ਮੈਂ ਸਾਰੀ ਉਮਰ, ਸਾਰੀ ਜ਼ਿੰਦਗੀ ਜਿਹੜਾ ਹੈ ਕੁਕਰਮ ਕਰਦੇ ਰਹੀ ਹਾਂ, ਹੁਣ ਮੈਨੂੰ ਮੁਕਤੀ ਦੇ ਦਿਓ, ਹੁਣ ਮੈਨੂੰ ਬਖਸ਼ ਦਿਓ। ਉਸ ਦੀ ਇਹ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਖਸ਼ ਦਿੱਤਾ ਅਤੇ ਉਸ ਦੀ ਸੇਵਾ ਲਈ ਕਿ ਇੱਥੇ ਹੀ ਰਹਿ ਕੇ ਨਾਮ ਜਪਿਆ ਕਰ ਅਤੇ ਸੇਵਾ ਕਰਿਆ ਕਰ। ਅੱਜ ਉਸ ਥਾਂ ਤੇ ਗੁਰਦੁਆਰਾ ਧੋਬੜੀ ਸਾਹਿਬ ਸੁਸ਼ੋਭਿਤ ਹੈ, ਜਿਸ ਗੁਰਦੁਆਰੇ ਸਾਹਿਬ ਦੇ ਵਿੱਚ ਸਮੁੱਚੇ ਨਾਰਥ ਈਸਟ ਦੀਆਂ ਸੰਗਤਾਂ, ਜਿੰਨੇ ਵੀ ਸਟੇਟਸ ਨਾਰਥ ਈਸਟ ਦੇ ਵਿੱਚ ਹਨ, ਵੈਸਟ ਬੰਗਾਲ, ਆਸਾਮ, ਅਰੁਣਾਚਲ ਪ੍ਰਦੇਸ਼, ਇਹ ਸਾਰੇ ਸਟੇਟਸ ਦੀਆਂ ਜਿਹੜੀਆਂ ਸਿਗਨਲ ਦੀ ਪ੍ਰੋਬਲਮ ਹੈ, ਆਪਣੀ ਵਿੱਚ ਕੋ ਡਿਸਕਨੈਕਟ ਹੋ ਗਿਆ ਸੀ। ਇੱਕ ਮਿੰਟ ਮੁੰਡੇ ਨੇ ਚੈੱਕ ਕਰਨਾ ਕਿ ਰਿਕਾਰਡਿੰਗ ਹੋ ਰਹੀ ਹੈ ਕਿ ਨਹੀਂ। 1 ਸੈਕਿੰਡ ਹੈ ਤਾਂ ਜੀ। ਅੱਜ ਉੱਥੇ ਗੁਰਦੁਆਰਾ ਧੋਬੜੀ ਸਾਹਿਬ ਸੁਸ਼ੋਭਿਤ ਹੈ, ਜਿਸ ਗੁਰਦੁਆਰੇ ਦੇ ਵਿੱਚ ਸਮੁੱਚੇ ਨਾਰਥ ਈਸਟ ਦੀਆਂ ਸੰਗਤਾਂ,
ਅਸਾਮ, ਅਰੁਣਾਚਲ ਪ੍ਰਦੇਸ਼, ਵੈਸਟ ਬੰਗਾਲ, ਇੱਥੇ ਦੀਆਂ ਸਾਰੀਆਂ ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਾਲ 'ਚ ਇੱਕ ਵਾਰਾ ਬੜੇ ਹੀ ਉਤਸ਼ਾਹ ਤੇ ਸਤਿਕਾਰ ਦੇ ਨਾਲ ਮਹਾਰਾਜ ਦਾ ਗੁਰਪੁਰਬ ਜਿਹੜਾ ਹੈ ਉੱਥੇ ਮਨਾਇਆ ਜਾਂਦਾ ਹੈ, ਵਿਸ਼ੇਸ਼ ਤੌਰ ਤੇ ਗੁਰਦੁਆਰਾ ਧੋਬੜੀ ਸਾਹਿਬ ਵਿਖੇ। ਤੇ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਗਏ ਸੀ, ਮਹਾਰਾਜ ਦੇ ਸਭ ਤੋਂ ਨਿਕਟਵਰਤੀ ਜਿਹੜੇ ਸੇਵਕ ਸੀ, ਉਹਨਾਂ ਦਾ ਨਾਂ ਬਾਬਾ ਜੀਵਨ ਦਾਸ ਜੀ ਸੀ, ਜਿਹੜੇ ਗੁਰੂ ਸਾਹਿਬ ਦੇ ਨਾਲ ਹੀ ਉੱਥੇ ਸਨ। ਤੇ ਮਹਾਰਾਸ਼ਟਰਾ ਤੇ ਮੱਧਿਆ ਪ੍ਰਦੇਸ਼ ਦੀ ਬਾਉਂਡਰੀ ਦੇ ਕੋਲ ਇੱਕ ਸ਼ਹਿਰ ਪੈਂਦਾ ਹੈ, ਜਿਸ ਸ਼ਹਿਰ ਦਾ ਨਾਮ ਬੁਰਹਾਨਪੁਰ ਹੈ। ਜਿਸ ਵੇਲੇ ਬੁਰਹਾਨਪੁਰ ਵਿਖੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਅਸਾਮ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਨ, ਸਾਰੀਆਂ ਸੰਗਤਾਂ ਅਸਾਮ ਪੁੱਜ ਗਈਆਂ। ਉੱਥੇ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਡੇ ਵੀ ਇਲਾਕੇ ਦੇ ਵਿੱਚ ਬਹੁਤ ਜਾੜੂ ਟੋਣੇ ਦਾ ਅਸਰ ਹੈ, ਸਾਡੇ ਵੀ ਜਿਹੜੇ ਛੋਟੇ ਬੱਚੇ ਨੇ ਉਹ ਬਹੁਤ ਰੋਗੀ ਰਹਿੰਦੇ ਨੇ, ਕਿ ਅਸੀਂ ਆਪਣਾ ਇਲਾਕਾ ਛੱਡ ਕੇ ਆਪ ਜੀ ਦੇ ਸ਼ਰਨ ਚ ਆ ਜਾਈਏ। ਫਿਰ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਇਲਾਕਾ ਛੱਡ ਕੇ ਨਹੀਂ ਆਣਾ, ਤੇ ਉੱਥੇ ਭਾਈ ਜੀਵਨ ਦਾਸ ਜੀ ਦੀ ਸੇਵਾ ਲਾਈ ਕਿ ਤੁਸੀਂ ਇਹਨਾਂ ਸੰਗਤਾਂ ਦੇ ਨਾਲ ਬੁਰਹਾਨਪੁਰ ਜਾਓ, ਉੱਥੇ ਜਾ ਕਰਕੇ ਰੋਜ਼ ਸ਼ਾਮਾਂ ਦੇ ਵੇਲੇ ਸੁੱਚਾ ਜਲ ਰੱਖਣਾ ਹੈ, ਸੁੱਚਾ ਜਲ ਰੱਖ ਕੇ ਰਹਿਰਾਸ ਸਾਹਿਬ ਦਾ ਪਾਠ ਕਰਨਾ, ਅਰਦਾਸ ਕਰਕੇ, ਕਿਰਪਾਨ ਭੇਟ ਕਰਕੇ ਜਿਸ ਕਿਸੇ ਨੂੰ ਵੀ ਤੁਸੀਂ ਇਹ ਅੰਮ੍ਰਿਤ ਛਕਾਓਗੇ ਉਸ ਨੂੰ ਕਿਸੇ ਤਰੀਕੇ ਦਾ ਕੋਈ ਜਾਦੂ ਟੋਣੇ ਦਾ ਅਸਰ ਨਹੀਂ ਹੋਣਾ, ਉਹਨਾਂ ਦੇ ਕੋਈ ਬੱਚੇ ਰੋਗੀ ਨਹੀਂ ਰਹਿਣਗੇ। ਜਦੋਂ ਮਹਾਰਾਜ ਦਾ ਹੁਕਮ ਸੁਣ ਕੇ ਬਾਬਾ ਜੀਵਨ ਦਾਸ ਜੀ ਜਾਣ ਲੱਗੇ, ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮਾਤਾ ਜੀ ਇਸ ਸਮੇਂ ਪਟਨਾ ਦੀ ਧਰਤੀ ਤੇ ਹਨ ਤੇ 10ਵੇਂ ਗੁਰੂ ਨਾਨਕ ਨੇ ਅਵਤਾਰ ਲੈਣਾ ਹੈ, ਸਾਨੂੰ ਉਹਨਾਂ ਦੇ ਦਰਸ਼ਨ ਕਿਸ ਤਰ੍ਹਾਂ ਹੋਣਗੇ। ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਭਾਈ ਜੀਵਨ ਦਾਸ ਜੀ ਨੂੰ ਕਿਹਾ ਕਿ ਤੁਹਾਨੂੰ ਉਹ ਆਪ ਆ ਕੇ ਬੁਰਹਾਨਪੁਰ ਵਿਖੇ ਦਰਸ਼ਨ ਦੇਣਗੇ, ਤੁਸੀਂ ਉੱਥੇ ਹੀ ਰਹਿ ਕੇ ਸੰਗਤਾਂ ਦੀਆਂ ਸੇਵਾ ਕਰੋ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਭਾਈ ਜੀਵਨ ਦਾਸ ਜੀ ਬੁਰਹਾਨਪੁਰ ਵਿਖੇ ਆ ਗਏ। ਉਸ ਸਮੇਂ ਬਾਬਾ ਜੀਵਨ ਦਾਸ ਜੀ ਦੀ ਜਿਹੜੀ ਉਮਰ ਸੀ 80 ਸਾਲ ਦੀ ਸੀ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਹੋਇਆ। ਅਵਤਾਰ ਹੋਣ ਦੇ ਬਾਅਦ ਫਿਰ ਮਹਾਰਾਜ ਪਟਨਾ ਦੀ ਧਰਤੀ ਤੇ ਕੁਝ ਸਮਾਂ ਬਤੀਤ ਕੀਤਾ, 7-8 ਸਾਲ। ਉਸ ਦੇ ਬਾਅਦ ਫਿਰ ਮਹਾਰਾਜ ਪੰਜਾਬ ਗਏ। ਪੰਜਾਬ ਦੇ ਸਾਰੇ ਕੌਤਕ ਕਰਕੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਦੀ ਇਹ ਪਾਵਨ ਪਵਿੱਤਰ ਧਰਤੀ ਵੱਲ ਰੁਖ ਕਰਨ ਲੱਗੇ, ਗੁਰੂ ਸਾਹਿਬ ਤੇ ਜਾਣੀ ਜਾਣ ਸਨ। ਗੁਰੂ ਸਾਹਿਬ ਨੇ ਫਿਰ ਬੁਰਹਾਨਪੁਰ ਦੀ ਉਸ ਧਰਤੀ ਤੇ ਜਿੱਥੇ ਬਾਬਾ ਜੀਵਨ ਦਾਸ ਜੀ 120 ਸਾਲ ਦੀ ਉਮਰ ਸੀ ਉਹਨਾਂ ਦੀ, 80 ਸਾਲ ਦੇ ਬਾਬਾ ਜੀਵਨ ਦਾਸ ਜੀ ਨੇ 120 ਸਾਲ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਡੀਕਿਆ। ਉਦੋਂ ਤੱਕ ਉੱਥੇ ਹੀ ਸੇਵਾ ਕਰਦੇ ਰਹੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀਆਂ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੁਰਹਾਨਪੁਰ ਵਿਖੇ ਆਏ, ਬਾਬਾ ਜੀਵਨ ਦਾਸ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਸਰੀਰ ਸਾਰਾ ਬਿਰਧ ਸੀ, ਸਿਰਫ ਅੱਖਾਂ ਦੀ ਜੋਤ ਸੀ ਜਿਹੜੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਤਾਂਘ ਰਹੀ ਸੀ। ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ, ਰਹਿਰਾਸ ਸਾਹਿਬ ਦਾ ਪਾਠ ਸੁਣਾਇਆ, ਫਿਰ ਉਹ ਗੁਰੂ ਸਾਹਿਬ ਦੇ ਸਨਮੁਖ ਗੁਰੂ ਸਾਹਿਬ ਦੇ ਆਪਣਾ ਚੋਲਾ ਛੱਡ ਗਏ। ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਸੁਪੁੱਤਰ ਸਨ, ਉਹਨਾਂ ਦਾ ਨਾਮ ਮੋਹਨ ਦਾਸ ਜੀ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ। ਤੇ ਜਿੰਨਾ ਸਮਾਂ ਬੁਰਹਾਨਪੁਰ ਤੋਂ ਲੈ ਕੇ ਹਜੂਰ ਸਾਹਿਬ ਤੱਕ ਆਉਣ ਲੱਗਣ ਦਾ ਲੱਗਿਆ ਸੀ ਮਹਾਰਾਜ ਨੂੰ, ਤਕਰੀਬਨ 1.5-2 ਮਹੀਨੇ, ਉਹਨਾਂ ਸਮਾਂ ਤੇ ਹਜੂਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ 9 ਮਹੀਨੇ 28 ਦਿਨ ਦਾ ਸਮਾਂ ਇੱਥੇ ਬਤੀਤ ਕੀਤਾ। ਇੰਨਾ ਸਮਾਂ ਬਾਬਾ ਮੋਹਨ ਸਿੰਘ ਜੀ ਰੋਜ਼ ਸ਼ਾਮਾਂ ਦੇ ਵੇਲੇ ਗੁਰੂ ਸਾਹਿਬ ਨੂੰ ਰਹਿਰਾਸ ਸਾਹਿਬ ਦਾ ਪਾਠ ਸਰਵਣ ਕਰਾਇਆ ਕਰਦੇ ਸੀ। ਸੋ
ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ ਇਸ ਧਰਤੀ ਤੇ, ਉਸ ਤੋਂ ਬਾਅਦ ਬਾਬਾ ਮੋਹਨ ਸਿੰਘ ਜੀ ਨੇ 9 ਸਾਲ ਤੱਕ ਇੱਥੇ ਸੇਵਾ ਨਿਭਾਈ। ਉਹਨਾਂ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਨ ਬਾਬਾ ਕਰਮ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 14 ਸਾਲ ਸੇਵਾ ਕੀਤੀ। ਉਹਨਾਂ ਤੋਂ ਬਾਅਦ ਬਾਬਾ ਹੀਰਾ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 18 ਸਾਲ ਸੇਵਾ ਕੀਤੀ। ਉਹਨਾਂ ਤੋਂ ਬਾਅਦ ਹੋਏ ਉਹਨਾਂ ਦੇ ਸੁਪੁੱਤਰ ਬਾਬਾ ਜੀਵਨ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 35 ਸਾਲ ਰਹਿਰਾ ਸਾਹਿਬ ਦੀ ਸੇਵਾ ਕੀਤੀ। ਉਹਨਾਂ ਤੋਂ ਬਾਅਦ ਬਾਬਾ ਰਣ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 48 ਸਾਲ ਸੇਵਾ ਕੀਤੀ। ਉਹਨਾਂ ਤੋਂ ਬਾਅਦ ਹੋਏ ਕੰਚਨ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 42 ਸਾਲ ਇਸ ਸਥਾਨ ਤੇ ਸੇਵਾ ਨਿਭਾਈ। ਉਹਨਾਂ ਤੋਂ ਬਾਅਦ ਹੋਏ ਗੁਰਮੁਖ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 35 ਸਾਲ ਰਹਿਰਾ ਸਾਹਿਬ ਦੀ ਸੇਵਾ ਕੀਤੀ। ਫਿਰ ਬਾਬਾ ਕਿਸ਼ਨ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਦੀ ਸੇਵਾ ਦੌਰਾਨ ਉਹਨਾਂ ਦੇ 3 ਸੁਪੁੱਤਰ ਨੇ ਇੱਥੇ ਰਹਿਰਾ ਸਾਹਿਬ ਦੀ ਸੇਵਾ ਨਿਭਾਈ। ਬਾਬਾ ਠਾਕੁਰ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 8 ਸਾਲ ਕੀਤੀ। ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ, ਜਿਨ੍ਹਾਂ ਨੇ 10 ਸਾਲ ਸੇਵਾ ਕੀਤੀ, ਅਤੇ ਕੰਚਨ ਸਿੰਘ ਜੀ ਰਹਿਰਾਸੀਏ, ਜਿਨ੍ਹਾਂ ਨੇ 5 ਸਾਲ ਸੇਵਾ ਕੀਤੀ। ਇਹ ਬਾਬਾ ਕਿਸ਼ਨ ਸਿੰਘ ਜੀ ਰਹਿਰਾਸੀਏ ਜਿਹੜੇ ਸਨ, ਉਹਨਾਂ ਦੇ ਸਮੇਂ ਦੌਰਾਨ ਹੀ ਉਹਨਾਂ ਦੇ ਜਿਹੜੇ 3 ਸੁਪੁੱਤਰ ਹੈ ਸੱਚਖੰਡ ਸਾਹਿਬ ਵਿਖੇ ਸੇਵਾ ਕੀਤੀ। ਫਿਰ ਉਹਨਾਂ ਤੋਂ ਬਾਅਦ ਬਾਬਾ ਕੰਚਨ ਸਿੰਘ ਜੀ ਰਹਿਰਾਸੀਏ ਜਿਹੜੇ ਸਨ, ਉਹਨਾਂ ਦੇ ਸੁਪੁੱਤਰ ਬਾਬਾ ਵਿਨੋਦ ਸਿੰਘ ਜੀ ਰਹਿਰਾਸੀਏ, ਜਿਹੜੇ ਦਾਸ ਦੇ ਸਤਿਕਾਰਯੋਗ ਪਿਤਾ ਜੀ ਹਨ, ਉਹਨਾਂ ਨੇ 28 ਸਾਲ ਸੱਚਖੰਡ ਸਾਹਿਬ ਵਿਖੇ ਰਹਿਰਾ ਸਾਹਿਬ ਦੀ ਸੇਵਾ ਕੀਤੀ। ਉਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਤਰਸ ਕੀਤਾ, ਜੋ ਦਾਸ ਨੂੰ ਆਪਣੇ ਦਰ ਤੇ 2015 ਤੋਂ ਰਹਿਰਾ ਸਾਹਿਬ ਦੀ ਸੇਵਾ ਦਾਸ ਇਸ ਸਥਾਨ ਤੇ ਪੀੜ੍ਹੀ ਦਰ ਪੀੜ੍ਹੀ, ਜੋ ਸਾਡੇ ਵੱਡੇ ਵਡੇਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਪਰਿਵਾਰ ਨੂੰ ਬੁਰਾਨਪੁਰ ਦੀ ਧਰਤੀ ਤੋਂ ਲੈ ਕੇ ਆ ਕੇ ਇੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਿਹੜੀ ਸੇਵਾ ਲਾਈ, ਉਹਨਾਂ ਸਮਾਂ ਜਿਹੜਾ ਹੈ ਅੱਜ ਸਾਡੇ ਪਰਿਵਾਰ ਨੂੰ ਤਕਰੀਬਨ 312 ਸਾਲ ਹੋ ਗਏ ਹਨ। ਇਸੇ ਧਰਤੀ ਤੇ, ਇਸੇ ਮੁਕੱਦਸ ਸਥਾਨ ਤੇ ਸਾਡੇ ਵੱਡੇ ਵਡੇਰਿਆਂ ਨੇ, ਸਾਡੇ ਐਂਸਿਸਟਰਸ ਨੇ ਇੱਥੇ ਰਹਿਰਾ ਸਾਹਿਬ ਦੀ ਸੇਵਾ ਸੱਚਖੰਡ ਸਾਹਿਬ ਵਿਖੇ ਸ਼ਾਮਾਂ ਵੇਲੇ ਜੋ ਪਾਠ ਹੁੰਦਾ ਹੈ, ਉਹ ਪਾਠ ਦੀ ਸੇਵਾ ਕਰਦੇ ਹਨ। ਸੋ ਆਪ ਜੀ ਨੇ ਦੇਖਿਆ ਹੋਣਾ ਕਿ ਜਿਹੜੀ ਰਹਿਰਾ ਸਾਹਿਬ ਦੀ ਇੱਥੇ ਸੇਵਾ ਹੈ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਧਰਤੀ ਤੇ ਪਹੁੰਚੇ ਤੇ ਮਹਾਰਾਜ ਦੇ ਨਾਲ ਤਕਰੀਬਨ 3000 ਦੀ ਫੌਜ ਸੀ। ਉਹ ਜਿਹੜੀ 3000 ਮਹਾਰਾਜ ਦੇ ਨਾਲ ਇੱਥੇ ਫੌਜ ਆਈ, ਸਾਰੀ ਫੌਜ ਦੀ ਹੁਣ ਵੱਖੋ ਵੱਖਰੀ ਸੇਵਾਵਾਂ ਹੁੰਦੀਆਂ ਸੀ। ਕਿਸੇ ਦੀ ਘੋੜਿਆਂ ਦੇ ਅਸਤਬਲ ਲਿਦ ਚੁੱਕਣ ਦੀ ਸੇਵਾ, ਕੋਈ ਲੱਕੜ ਕੱਟ ਕੇ ਲਿਆਵੇ ਜੰਗਲਾਂ ਵਿੱਚੋਂ ਤਾਂ ਕਿ ਪ੍ਰਸ਼ਾਦਾ ਤਿਆਰ ਕੀਤਾ ਜਾਵੇ, ਕੋਈ ਲੰਗਰ ਕਿਸੇ ਦੀ ਪਕਾਉਣ ਦੀ ਸੇਵਾ, ਹੈ ਨਾ। ਤੇ ਸਾਰੀਆਂ ਜਿਹੜੇ ਫੌਜ ਇੱਥੇ ਆਈ ਸੀ ਗੁਰੂ ਸਾਹਿਬ ਦੇ ਨਾਲ, ਹੁਣ ਸਾਰਿਆਂ ਦੀ ਸੇਵਾ ਵੱਖਰੋ ਵੱਖਰੀ ਹੁੰਦੀ ਸੀ। ਸ਼ਾਮਾਂ ਵੇਲੇ ਕੀ ਹੁੰਦਾ ਸੀ, ਜਿੱਥੇ ਵੀ ਗੁਰੂ ਸਾਹਿਬ ਦਾ ਸਿੰਘਾਸਨ ਤੰਬੂ ਸਜਦਾ ਸੀ, ਉੱਥੇ ਮਹਾਰਾਜ ਸ਼ਾਮਾਂ ਦੇ ਵੇਲੇ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੁੰਦੇ ਸੀ ਤੇ ਰਹਿਰਾਸੀਏ ਸਿੰਘ ਜਿਹੜੇ ਸੀ ਉਹ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਾਉਂਦੇ ਸੀ। ਪਰ ਜਿਹੜਾ ਰਹਿਰਾ ਸਾਹਿਬ ਦੇ ਪਾਠ ਆਪ ਜੀ ਇੱਥੇ ਹਜ਼ੂਰ ਸਾਹਿਬ ਸਰਵਣ ਕਰਦੇ ਹੋ, ਇਸ ਸੰਸਾਰ ਦੇ ਵਿੱਚ ਇਹ ਰਹਿਰਾ ਸਾਹਿਬ ਦਾ ਪਾਠ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਸ਼ੇਸ਼ਤਾ ਰੱਖਦੀ ਹੈ। ਉਹ ਵਿਸ਼ੇਸ਼ਤਾ ਇਹ ਹੈ ਕਿ ਰਹਿਰਾ ਸਾਹਿਬ ਦੇ ਪਾਠ ਦੇ ਵਿੱਚ ਤਕਰੀਬਨ 9 ਵਾਰੀ ਫਤਿਹ ਬੁਲਾਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਫਤਿਹ ਬੁਲਾਈ ਜਾਂਦੀ ਹੈ, ਇਹ ਫਤਿਹ ਬੁਲਾਉਣ ਦਾ ਕਾਰਨ ਇਹ ਹੈ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੰਬੂ ਸਜਦਾ ਸੀ, ਹੁਣ ਜਿਹੜੇ ਫੌਜੀ ਗੁਰੂ ਸਾਹਿਬ ਦੇ ਨਾਲ ਫੌਜ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਇੱਥੇ ਆਏ, ਸਾਰਿਆਂ ਦੀ ਸੇਵਾ ਵੱਖੋ ਵੱਖਰੀ ਹੈ। ਬਿਲਕੁਲ। ਹੁਣ ਜਿੱਥੇ ਗੁਰੂ ਸਾਹਿਬ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੋਏ, ਉੱਥੇ ਨਿਰੰਕਾਰ ਦੀ, ਗੁਰੂ ਨਾਨਕ ਦੀ ਉੱਥੇ ਬਾਣੀ ਚੱਲ ਰਹੀ ਹੈ
ਤੇ ਚਲਦੀ ਹੋਈ ਬਾਣੀ ਦੇ ਵਿੱਚ ਅਗਰ ਕੋਈ ਗੁਰਸਿੱਖ ਲੇਟ ਆ ਕੇ ਉੱਥੇ ਪਹੁੰਚਿਆ ਤੇ ਹੁਣ ਗੁਰੂ ਸਾਹਿਬ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੈ, ਜੀ ਜੇ ਅਸੀਂ ਅੰਦਰ ਐਂਟਰ ਹੁੰਦੇ ਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਗਰ ਅਸੀਂ ਗੁਰੂ ਸਾਹਿਬ ਨੂੰ ਫਤਿਹ ਨਾ ਬੁਲਾਈਏ ਤੇ ਉਹ ਗੁਰੂ ਸਾਹਿਬ ਦੀ ਨਿਰਾਦਰੀ ਹੈ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਕਿ ਆਗੇ ਆਵੇ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ, ਹੈ ਨਾ, ਇਸ ਤਰ੍ਹਾਂ ਦੀ ਪੰਕਤੀ ਜਿਹੜੀ ਹੈਗੀ ਹੈ। ਬਿਲਕੁਲ। ਸੋ ਜਦੋਂ ਗੁਰੂ ਸਾਹਿਬ ਉਹ ਅੰਦਰ ਐਂਟਰ ਹੋ ਕੇ ਮਹਾਰਾਜ ਦੇ ਤੰਬੂ ਦੇ ਵਿੱਚ ਐਂਟਰ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੀ ਤੇ ਉਸ ਸਮੇਂ ਅਗਰ ਗੁਰੂ ਸਾਹਿਬ ਨੂੰ ਅਗਰ ਅਸੀਂ ਫਤਿਹ ਨਾ ਬੁਲਾਈਏ ਤਾਂ ਗੁਰੂ ਸਾਹਿਬ ਦੇ ਨਿਰਾਦਰੀ ਹੈ। ਔਰ ਅਗਰ ਬਾਣੀ ਚੱਲ ਰਹੀ ਹੈ ਉੱਥੇ ਰਹਿਰਾ ਸਾਹਿਬ ਦਾ, ਉਸ ਚੱਲਦੇ ਹੋਏ ਬਾਣੀ ਦੇ ਵਿੱਚ ਅਗਰ ਅਸੀਂ ਫਤਿਹ ਬੁਲਾਉਂਦੇ ਹਾਂ ਤੇ ਅਸੀਂ ਬਾਣੀ ਦੀ ਬੇਅਦਬੀ ਕਰ ਰਹੇ ਹਾਂ। ਕਿਉਂਕਿ ਇੱਕ ਪਾਸੇ ਬਾਣੀ ਚੱਲ ਰਹੀ ਹੈ ਤੇ ਬਾਣੀ ਚੱਲਦੇ ਹੋਏ ਬਾਣੀ ਦੇ ਵਿੱਚ ਅਸੀਂ ਜਿਹੜਾ ਹੈ ਫਤਿਹ ਬੁਲਾ ਕੇ ਹਡਲ ਕ੍ਰੀਏਟ ਕਰ ਰਹੇ ਹਾਂ। ਇਸ ਕਰਕੇ ਨਾ ਤੇ ਚੱਲਦੀ ਹੋਈ ਬਾਣੀ ਦੇ ਵਿੱਚ ਹਰਡਲ ਕ੍ਰੀਏਟ ਹੋਵੇ, ਇਸ ਕਰਕੇ ਗੁਰੂ ਸਾਹਿਬ ਨੇ ਕੀ ਕੀਤਾ ਕਿ ਜਦੋਂ ਇੱਕ ਅਧਿਆਇ ਸੰਪੂਰਨ ਹੁੰਦਾ ਹੈ, ਜੀ ਇੱਕ ਪੈਰਾਗ੍ਰਾਫ ਸੰਪੂਰਨ ਹੁੰਦਾ ਹੈ, ਉਸ ਵੇਲੇ ਜਿਹੜੀਆਂ ਸੰਗਤਾਂ ਲੇਟ ਗੁਰੂ ਸਾਹਿਬ ਦੇ ਤੰਬੂ ਦੇ ਵਿੱਚ ਪਹੁੰਚਦੀਆਂ ਸੀ ਉਹ ਉੱਥੇ ਸਨਮੁਖ ਹੀ ਖੜੇ ਹੋ ਜਾਂਦੀਆਂ ਸੀ, ਤਾਂ ਜੋ ਜਦੋਂ ਇੱਕ ਅਧਿਆਇ ਸੰਪੂਰਨ ਹੋਣ ਦੇ ਬਾਅਦ ਫਿਰ ਉਹ ਸਾਰੀਆਂ ਸੰਗਤਾਂ ਜਿਹੜੇ ਲੇਟ ਪਹੁੰਚਦੇ ਸੀ ਉਹ ਗੁਰੂ ਸਾਹਿਬ ਨੂੰ ਫਤਿਹ ਬੁਲਾ ਕੇ ਨਕਮਸਤਕ ਹੋ ਕੇ ਜਿੱਥੇ ਥਾਂ ਮਿਲਦੀ ਹੈ ਉੱਥੇ ਬੈਠ ਕੇ ਫਿਰ ਅੱਗੇ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਦੇ ਸੀ। ਜੀ ਸੋ ਫਤਿਹ ਬੁਲਾਉਣ ਦਾ ਮੇਨ ਕਾਰਨ ਇਹ ਹੈ ਕਿ ਜਿਹੜੀਆਂ ਸੰਗਤਾਂ ਲੇਟ ਹੁੰਦੀਆਂ ਨੇ, ਕਿਉਂਕਿ ਦੇਖੋ ਜੇ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਵਾਂ ਆਪ ਜੀ ਨੂੰ, ਬਿਲਕੁਲ। ਅੱਜ ਅਜੋਕੇ ਸਮੇਂ ਦੇ ਵਿੱਚ ਅਗਰ ਅਸੀਂ ਕਿਸੇ ਵੱਡੇ ਅਫਸਰ ਦੇ ਦਫ਼ਤਰ ਦੇ ਵਿੱਚ ਐਂਟਰ ਹੁੰਨੇ ਆ, ਪਹਿਲਾਂ ਅਸੀਂ ਉਹਨੂੰ ਰਿਕਵੈਸਟ ਕਰਦੇ ਹਾਂ ਐਕਸਕਿਊਜ਼ ਮੀ ਮੇ ਆਈ ਕਮ ਇਨ, ਹੈ ਨਾ। ਜੀ ਤੇ ਜਿਵੇਂ ਹੀ ਆਪਾਂ ਅੰਦਰ ਜਾਂਦੇ ਆ ਤੇ ਸਭ ਤੋਂ ਪਹਿਲਾਂ ਉਹਨੂੰ ਆਪਾਂ ਵਿਸ਼ ਕਰਦੇ ਆ, ਜੇ ਸਵੇਰੇ ਹੋਵੇ ਗੁੱਡ ਮਾਰਨਿੰਗ, ਜੇ ਦੁਪਹਿਰੇ ਹੋਵੇ ਗੁੱਡ ਆਫਟਰਨੂਨ। ਫਿਰ ਉਹਦੇ ਬਾਅਦ ਆਪਾਂ ਅਗਲੀ ਆਪਣੀ ਜਿਹੜੀ ਹੈ ਅਰਜ਼ੋਈ ਉਹਨਾਂ ਦੇ ਅੱਗੇ ਰੱਖਦੇ ਆ। ਜੇ ਅਸੀਂ ਇੱਕ ਛੋਟੇ ਅਫਸਰ ਨੂੰ ਇੱਕ ਵਿਸ਼ ਕਰਨ ਦੇ ਬਾਅਦ ਹੀ ਅਸੀਂ ਆਪਣੀ ਸ਼ੁਰੂਆਤ ਕਰਦੇ ਹਾਂ ਤੇ ਇਹ ਤੇ ਸ਼ਹਿਨशाह ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੈ, ਇਹਨਾਂ ਨੂੰ ਬਿਗੈਰ ਵਿਸ਼ ਕੀਤੇ, ਇਹਨਾਂ ਨੂੰ ਬਿਗੈਰ ਫਤਿਹ ਬੁਲਾਈ ਅਸੀਂ ਕਿਸ ਤਰ੍ਹਾਂ ਉੱਥੇ ਦਰਬਾਰ ਦੇ ਵਿੱਚ ਅੰਦਰ ਨਕਮਸਤਕ ਹੋ ਕੇ ਉੱਥੇ ਬੈਠ ਕੇ ਹਨਾ ਬੈਠ ਸਕਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਕੀ ਕੀਤਾ ਕਿ ਜਦੋਂ ਇੱਕ ਪੈਰਾਗ੍ਰਾਫ ਇੱਕ ਅਧਿਆਇ ਸੰਪੂਰਨ ਹੁੰਦਾ ਹੈ, ਉਸ ਅਧਿਆਇ ਸੰਪੂਰਨ ਹੋਣ ਦੇ ਬਾਅਦ ਅੱਜ ਵੀ ਪਹਿਲਾਂ ਸਾਰੀਆਂ ਸੰਗਤਾਂ ਫਤਿਹ ਬੁਲਾਉਂਦੀ ਹੈ, ਉਸ ਦੇ ਬਾਅਦ ਰਹਿਰਾਸੀ ਸਿੰਘ ਜਿਹੜਾ ਹੈ ਫਤਿਹ ਬੁਲਾ ਕੇ ਫਿਰ ਅਗਲਾ ਜਿਹੜਾ ਅਧਿਆਇ ਹੈ ਉਸ ਨੂੰ ਪ੍ਰਾਰੰਭ ਕਰਦੇ ਹੈ। ਇਸੇ ਤਰੀਕੇ ਦੇ ਨਾਲ ਪੂਰੇ ਰਹਿਰਾ ਸਾਹਿਬ ਦੇ ਵਿੱਚ 9 ਵਾਰੀ ਫਤਿਹ ਬੁਲਾਈ ਜਾਂਦੀ ਹੈ। ਇਹ ਮਰਿਆਦਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਗੁਰੂ ਸਾਹਿਬ ਨੇ ਆਪ ਕਾਇਮ ਕੀਤੀ ਹੈ। ਜਿਹੜੀ ਮਰਿਆਦਾ ਜੋ ਵੀ ਸਾਰੀ ਮਰਿਆਦਾ ਹਜੂਰ ਸਾਹਿਬ ਵਿਖੇ ਜੋ ਮੌਜੂਦਾ ਚੱਲ ਰਹੀ ਹੈ, ਇਹ ਗੁਰੂ ਸਾਹਿਬ ਦੇ ਸਮੇਂ ਤੋਂ ਜਿਹੜੀ ਮਰਿਆਦਾ ਹੈ ਹੂਬਹੂ ਉਸੇ ਤਰੀਕੇ ਦੇ ਨਾਲ ਕਿਸੇ ਮਰਿਆਦਾ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਛੇੜਛਾੜ ਨਹੀਂ ਹੋਇਆ, ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਮਰਿਆਦਾ ਚੱਲ ਰਹੀ ਹੈ। ਉਸ ਦੇ ਬਾਅਦ ਜਿਹੜੀ ਅਰਦਾਸ ਹੁੰਦੀ ਹੈ, ਅਰਦਾਸ ਅਗਰ ਆਪ ਜੀ ਸੁਣੋਗੇ ਉਸ ਅਰਦਾਸ ਦੇ ਵਿੱਚ ਤਕਰੀਬਨ ਸਾਰੇ ਇਤਿਹਾਸਿਕ ਗੁਰਦੁਆਰੇ ਸਾਹਿਬ ਦਾ ਨਾਮ ਲਿੱਤਾ ਜਾਂਦਾ ਹੈ। ਹੁਣ ਸਾਰੇ ਇਤਿਹਾਸਿਕ ਗੁਰਦੁਆਰੇ ਸਾਹਿਬ ਦਾ ਨਾਮ ਲੈਣ ਦਾ ਕਾਰਨ ਇਹ ਹੈ ਜੀ ਕਿ ਜਿਹੜੇ ਗੁਰੂ ਸਾਹਿਬ ਦੇ ਨਾਲ 3000 ਫੌਜ ਇੱਥੇ ਆਈ, ਕੁਝ ਸਮਾਂ ਬਤੀਤ ਕਰਨ ਦੇ ਬਾਅਦ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਪੰਜਾਬ ਤੋਂ ਤਕਰੀਬਨ 2000 ਕਿਲੋਮੀਟਰ ਤੋਂ ਆਪ ਜੀ ਦੇ ਨਾਲ ਇੱਥੇ ਆਏ ਆ, ਇੰਨਾ ਸਮਾਂ ਇੱਥੇ ਆਪ ਜੀ ਦੇ ਨਾਲ ਬਤੀਤ ਹੋਇਆ, ਸਾਡਾ ਪਰਿਵਾਰ ਪੰਜਾਬ ਦੇ ਵਿੱਚ ਹੈ, ਇੰਨਾ ਸਮਾਂ ਲਾ ਕੇ ਜਦੋਂ ਅਸੀਂ ਪੰਜਾਬ ਵਾਪਸ ਜਾਵਾਂਗੇ ਸਾਡਾ ਪਰਿਵਾਰ ਸਾਨੂੰ ਪੁੱਛੇਗਾ ਕਿ ਤੁਸੀਂ ਇੰਨਾ ਸਮਾਂ ਗੁਰੂ ਸਾਹਿਬ ਦੇ ਨਾਲ ਲਾ ਕੇ ਆਏ ਹੋ, ਸਾਡੇ ਵਾਸਤੇ ਕੀ ਲੈ ਕੇ ਆਏ।
ਫਿਰ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਆਪਣਾ ਸਾਰਾ ਖਜ਼ਾਨਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਰੱਖ ਕੇ ਆਇਆ, ਜੀ ਇੱਥੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਇਆ। ਫਿਰ ਉਹਨਾਂ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਤੁਠੇ ਹੋ ਕੇ ਸਾਡੀਆਂ ਝੋਲੀਆਂ ਭਰੋ। ਫਿਰ ਗੁਰੂ ਸਾਹਿਬ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਸੀ, ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਿਖੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਪੰਜ ਪਿਆਰਿਆਂ ਵਿੱਚੋਂ ਇਹ ਦੋਨੇ ਇੱਥੇ ਆਏ ਸਨ। ਉਹਨਾਂ ਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਉੱਥੋਂ ਖਜ਼ਾਨਾ ਪੁੱਟ ਲਿਆਓ। ਉਹ ਸਾਰਾ ਖਜ਼ਾਨਾ ਉੱਥੋਂ ਪੁੱਟ ਕੇ ਗੁਰਦੁਆਰਾ ਸੰਗਤ ਸਾਹਿਬ, ਇੱਥੇ ਲੋਕਲ ਗੁਰਦੁਆਰਾ ਸਾਹਿਬ ਹੈ, ਜੀ ਉਸ ਸਥਾਨ ਤੇ ਢਾਲਾਂ ਭਰ ਭਰ ਕੇ ਜਿਹੜੀ ਸੰਗਤ ਪੰਜਾਬ ਨੂੰ ਜਾਣਾ ਚਾਹੁੰਦੀ ਸੀ, ਉਹਨਾਂ ਨੂੰ ਰਸਦ, ਮਾਇਆ, ਸੋਨੇ ਦੀਆਂ ਅਸ਼ਰਫੀਆਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ। ਝੋਲੀਆਂ ਭਰ ਭਰ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ੀਸ਼ ਕੀਤਾ। ਅੱਜ ਵੀ ਉਹ ਢਾਲ ਜਿਹੜੀ ਹੈ, ਜਿਸ ਢਾਲ ਤੋਂ ਗੁਰੂ ਸਾਹਿਬ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਸੀ, ਉਹ ਢਾਲ ਵੀ ਅੱਜ ਗੁਰਦੁਆਰਾ ਸੰਗਤ ਸਾਹਿਬ ਵਿਖੇ ਸੁਸ਼ੋਭਿਤ ਹੈ। ਸੋ ਜਦੋਂ ਉਹ ਸੰਗਤਾਂ ਦੀਆਂ ਸਾਰੀਆਂ ਦੀਆਂ ਝੋਲੀਆਂ ਭਰਤੀਆਂ, 3000 ਵਿੱਚੋਂ 60 ਸਿੰਘ ਰਹਿ ਗਏ। ਜਿਹੜੇ 60 ਸਿੰਘਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਵੀ ਮਾਇਆ ਖਜ਼ਾਨਾ ਰਸਦ ਲੈ ਕੇ ਪੰਜਾਬ ਵੱਲ ਚਲੇ ਜਾਓ, ਜੀ ਤੇ ਉਹਨਾਂ ਗੁਰਸਿੱਖਾਂ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਮਾਇਆ ਨਹੀਂ ਚਾਹੀਦੀ, ਸਾਨੂੰ ਇਸ ਮਾਇਆ ਦੇ ਨਾਲ ਨਹੀਂ ਪਿਆਰ ਹੈ, ਸਾਨੂੰ ਤੁਸੀਂ ਆਪ ਚਾਹੀਦੇ ਹੋ। ਉਸ ਸਮੇਂ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਤੁਸੀਂ ਮੈਨੂੰ ਮੰਗਿਆ, ਮੇਰਾ ਸੀਨਾ ਹਰ ਵੇਲੇ ਤੁਹਾਡੇ ਲਈ ਹਾਜ਼ਰ ਰਹੇਗਾ। ਇਸ ਕਰਕੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਕਿਹਾ ਜਾਂਦਾ ਹੈ। ਹਜ਼ੂਰ ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ 4 ਪਹਿਰ ਦੇ ਵਿੱਚੋਂ ਜੀ 3 ਪਹਿਰ ਗੁਰੂ ਸਾਹਿਬ ਆਪ ਇੱਥੇ ਹਾਜ਼ਰ ਹਨ। ਦਿਨ ਦੇ 4 ਪਹਿਰ ਹੁੰਦੇ ਨੇ, ਰਾਤ ਦੇ 4 ਪਹਿਰ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ। ਤੇ ਜਿਹੜੇ 4 ਪਹਿਰ ਵਿੱਚੋਂ 3 ਪਹਿਰ ਦਿਨ ਦੇ ਤੇ 3 ਪਹਿਰ ਰਾਤ ਦੇ ਗੁਰੂ ਸਾਹਿਬ ਆਪ ਇੱਥੇ ਹਾਜ਼ਰ ਹੈ। ਇਹਦਾ ਮਤਲਬ ਇਹ ਹੈ ਕਿ 24 ਘੰਟਿਆਂ ਦੇ ਵਿੱਚੋਂ 18 ਘੰਟੇ ਗੁਰੂ ਸਾਹਿਬ ਆਪ ਇੱਥੇ ਹਾਜ਼ਰ ਹਨ। ਰਹਿੰਦੇ 6 ਘੰਟੇ ਜਿਹੜੇ ਹੈ, ਉਹ ਪੂਰੇ ਵਰਲਡ ਦੇ ਵਿੱਚ ਜੋ ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਕੇ ਉਹਨਾਂ ਨੂੰ ਯਾਦ ਕਰੇਗਾ, ਉਹਨਾਂ ਵਾਸਤੇ ਗੁਰੂ ਸਾਹਿਬ ਨੇ ਇੱਕ ਪਹਿਰ ਦਾ ਸਮਾਂ ਰੱਖਿਆ ਉਹਨਾਂ ਨੂੰ ਤਾਰਨ ਵਾਸਤੇ। ਬਾਕੀ 3 ਪਹਿਰ ਆਪ ਇੱਥੇ ਗੁਰੂ ਸਾਹਿਬ ਹਾਜ਼ਰ ਹੈ। ਇਸੇ ਕਰਕੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਕਿਹਾ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਇਸ ਸਥਾਨ ਤੇ ਹਾਜ਼ਰ ਹਨ। ਹੁਣ ਜਿਹੜੇ 60 ਸਿੰਘ ਇੱਥੇ ਰਹਿ ਗਏ ਸੀ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਜਥੇਦਾਰ ਸਿੰਘ ਸਾਹਿਬ ਬਾਬਾ ਸੰਤੋਖ ਸਿੰਘ ਜੀ ਸੀ। ਜਿਹੜੇ 60 ਸਿੰਘ ਇੱਥੇ ਰਹਿ ਗਏ ਸੀ, ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਇੱਥੇ ਰਹਿ ਕੇ ਬੜੀ ਨਿਰੋਲ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਾਮ ਜਪਦੇ ਹੋਏ ਅੰਤਮ ਸਮੇਂ ਤੱਕ ਜਿਹੜੀ ਆਪਣੀ ਸੇਵਾ ਹੈ ਇੱਥੇ ਨਿਭਾਈ। ਉਹਨਾਂ 60 ਸਿੰਘਾਂ ਤੋਂ ਅੱਜ 312 ਸਾਲ ਹੋ ਗਏ ਨੇ। ਜਿਹੜੇ ਵੀ ਪਰਿਵਾਰ ਇੱਥੇ ਵਸਦੇ ਨੇ, ਉਹਨਾਂ ਪਰਿਵਾਰਾਂ ਦੀ ਜਿਹੜੀ ਹੈ ਫੁਲਵਾੜੀ, ਉਹ ਉਹਨਾਂ 60 ਦੀ ਹੀ ਇੱਥੇ ਪਰਿਵਾਰ ਦੀ ਫੁਲਵਾੜੀ ਹੈ। ਹੁਣ ਇੱਥੇ ਦੇ ਜਿਹੜੇ ਆਪ ਜੀ ਅਗਰ ਆ ਕੇ ਇੱਥੇ ਰਿਸਰਚ ਕਰੋਗੇ, ਆਪ ਜੀ ਨੂੰ ਪਤਾ ਲੱਗੇਗਾ ਕਿ ਜਿਹੜੇ ਗੁਰਸਿੱਖ ਇੱਥੇ ਰਹੇ ਸੀ, ਉਸ ਸਮੇਂ ਉਹ ਜਿਹੜੀਆਂ ਸੇਵਾਵਾਂ ਨਿਭਾਉਂਦੇ ਸੀ, ਉਹਨਾਂ ਸੇਵਾ ਦੇ ਆਧਾਰ ਤੇ ਹੀ ਉਹਨਾਂ ਦਾ ਸਰਨੇਮ ਹੁੰਦਾ ਸੀ। ਸੋ ਉਹੀ ਸਰਨੇਮ ਜਿਹੜਾ ਹੈ ਅੱਜ ਤੱਕ ਚੱਲਦਾ ਆ ਰਿਹਾ। ਜਿਵੇਂ ਪੰਜਾਬ ਦੇ ਵਿੱਚ ਪਿੰਡ ਦੇ ਨਾਂ ਤੇ ਰੱਖਦੇ ਆ, ਗਿੱਲ ਪਿੰਡ ਹੋ ਗਿਆ ਹੈ ਨਾ ਉਹਨਾਂ ਦਾ। ਇੱਥੇ ਜਿਹੜੇ ਸੇਵਾ ਕਰ ਰਹੇ ਨੇ, ਸਾਰੀ ਰਿਸਰਚ ਅਗਰ ਆਪ ਜੀ ਕਰੋਗੇ ਤੇ ਉਸ ਦੇ ਵਿੱਚ ਆਪ ਜੀ ਨੂੰ ਪਤਾ ਲੱਗੇਗਾ ਕਿ ਜਿਹੜੇ 60 ਸਿੰਘ ਗੁਰੂ ਸਾਹਿਬ ਦੇ ਸਮੇਂ ਤੇ ਜੋ ਸੇਵਾਵਾਂ ਨਿਭਾਉਂਦੇ ਸੀ, ਅੱਜ ਵੀ ਉਹਨਾਂ ਦੇ ਸਰਨੇਮ ਜਿਹੜੇ ਨੇ ਉਸ ਤਰੀਕੇ ਦੇ ਨਾਲ ਹੂਬਹੂ ਚੱਲ ਰਹੇ ਨੇ। ਜਿਵੇਂ ਸਾਡਾ ਸਰਨੇਮ ਹੈ ਰਹਿਰਾਸੀਆ, ਸਾਡਾ ਪਰਿਵਾਰ ਰਹਿਰਾਸ ਸਾਹਿਬ ਦਾ ਪਾਠ ਕਰਦਾ ਸੀ, ਇਸ ਕਰਕੇ ਸਾਨੂੰ ਰਹਿਰਾਸੀਆ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਹੁਣ ਜਿਹੜਾ ਪਰਿਵਾਰ ਗੁਰੂ ਸਾਹਿਬ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸਾਂਭ ਕੀਤੀ, ਉਹਨਾਂ ਦਾ ਸਰਨੇਮ ਗ੍ਰੰਥੀ ਹੈ ਅੱਛਾ ਹੈਨਾ। ਜੀ, ਕਈਆਂ ਦਾ ਸਰਨੇਮ ਨਗਾਰਚੀ ਹੈ। ਨਗਾਰਚੀ ਦਾ ਭਾਵ ਜਿਹੜਾ ਨਗਾਰਾ ਆਪਾਂ ਵਜਾਉਂਦੇ ਆ ਹੈਨਾ। ਬਿਲਕੁਲ ਸੋ ਬਿਲਕੁਲ ਇਸ ਤਰੀਕੇ ਦੇ ਨਾਲ ਅਗਰ ਮੈਂ ਕਈ ਸਰਨੇਮ ਆਪ ਜੀ ਨੂੰ ਗਿਣਾਵਾਂ ਜੀ, ਤੇ ਕਈਆਂ ਦਾ ਸਰਨੇਮ ਤੋਪਚੀ ਹੈ। ਤੋਪਚੀ ਦਾ ਭਾਵ ਜਿਹੜਾ ਤੋਪ ਹੁੰਦੀ ਹੈ ਨਾ, ਤੋਪ ਜੀ ਜਿਹੜੀ ਬਿਲਕੁਲ ਉਹਦੀ ਜਿਹੜੀ ਸੇਵਾ ਕਰਦੇ ਸੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਸਰਨੇਮ ਉਹਨਾਂ ਦੇ ਜਿਹੜੇ ਗੁਰੂ ਸਾਹਿਬ ਦੇ ਸਮੇਂ ਤੇ ਰੱਖੇ ਗਏ ਸੀ। 60 ਸਿੰਘ ਇੱਥੇ ਰਹਿ ਗਏ ਸੀ। ਜੀ, ਉਹਨਾਂ 60 ਸਿੰਘਾਂ ਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ, ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜਿੰਨੇ ਇਤਿਹਾਸਿਕ ਅਸਥਾਨ ਹੈ ਉਹ ਤਾਂ ਸਾਰੇ ਪੰਜਾਬ ਵਿੱਚ ਰਹਿ ਗਏ। ਜੀ, ਹੁਣ 60 ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਜਾਣ ਵਾਸਤੇ ਤਕਰੀਬਨ 1.5-2 ਸਾਲ ਦਾ ਸਮਾਂ ਲੱਗ ਜਾਏਗਾ। ਫਿਰ ਉਹਨਾਂ ਦੇ ਦਰਸ਼ਨ ਕਦੋਂ ਕਰਾਂਗੇ? ਫਿਰ ਮੁੜ ਕੇ ਵਾਪਸ ਕਦੋਂ ਆਵਾਂਗੇ? ਫਿਰ ਇੱਥੇ ਸੇਵਾ ਸਾਂਭ ਕਦੋਂ ਕਰਾਂਗੇ? ਫਿਰ ਮਹਾਰਾਜ ਨੇ ਵਰ ਦਿੱਤਾ ਕਿ ਤੁਸੀਂ ਅਰਦਾਸ ਦੇ ਵਿੱਚ ਜਿੰਨੇ ਵੀ ਇਤਿਹਾਸਿਕ ਅਸਥਾਨ ਦੇ ਨਾਂ ਲਵੋਗੇ, ਉਹਨਾਂ ਦੇ ਦਰਸ਼ਨ ਤੇ ਇਸ਼ਨਾਨ ਦਾ ਫਲ ਤੁਹਾਨੂੰ ਇੱਥੇ ਹੀ ਪ੍ਰਾਪਤ ਹੋ ਜਾਏਗਾ। ਇਸ ਕਰਕੇ ਜਿਹੜੀ ਵੱਡੀ ਅਰਦਾਸ ਹੁੰਦੀ ਹੈ, ਉਸ ਅਰਦਾਸ ਦੇ ਵਿੱਚ ਤਕਰੀਬਨ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਨਾਂ, ਜਿੱਥੇ ਜਿੱਥੇ ਗੁਰੂ ਸਾਹਿਬ ਨੇ ਜੋ ਜੋ ਵਰ ਦਿੱਤਾ, ਅਗਰ ਅਸੀਂ ਇੱਥੇ ਅਰਦਾਸ ਦੇ ਵਿੱਚ ਜਿੰਨੇ ਗੁਰਦੁਆਰੇ ਸਾਹਿਬ ਦੇ ਨਾਂ ਲਿੱਤੇ ਜਾਂਦੇ ਹਨ, ਹੋਰ ਵੀ ਜਿਹੜੇ ਗੁਰਦੁਆਰੇ ਸਾਹਿਬ ਹਨ, ਅਗਰ ਅਸੀਂ ਉਹਨਾਂ ਦੇ ਦਰਸ਼ਨ ਕੀਤੇ ਹੋਣ ਆਪਣੇ ਲਾਈਫ ਦੇ ਵਿੱਚ, ਜੀ, ਜੀ, ਔਰ ਇੱਥੇ ਆ ਕੇ ਅਗਰ ਸਾਡੀ ਅਰਦਾਸ ਦੇ ਵਿੱਚ ਲਿਵ ਜੁੜ ਜੇ, ਤੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਭਾਵੇਂ ਹੈ ਤੇ ਹਜੂਰ ਸਾਹਿਬ ਹੀ, ਪਰ ਜਿਸ ਤਰੀਕੇ ਦੇ ਨਾਲ ਅਰਦਾਸ ਦੇ ਵਿੱਚ ਇੱਕ ਇੱਕ ਤੋਂ ਬਾਅਦ ਗੁਰਦੁਆਰੇ ਸਾਹਿਬ ਦੇ ਨਾਂ ਲਿੱਤੇ ਜਾਂਦੇ ਹਨ, ਸਾਡੇ ਹਿਰਦੇ ਦੇ ਵਿੱਚ ਤੇ ਉਸ ਸਮੇਂ ਸਾਡੇ ਬ੍ਰੇਨ ਦੇ ਵਿੱਚ ਇਹ ਇਮੇਜ ਕ੍ਰੀਏਟ ਹੁੰਦੀ ਹੈ ਕਿ ਵਾਕਈ ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ ਅਸੀਂ ਇੱਥੇ ਆ, ਪਰ ਸਾਡਾ ਮਨ ਜਿਹੜਾ ਹੈ ਉਸ ਖਿੰਨ ਮਾਤਰ ਸੈਕਿੰਡ ਦੇ ਵਿੱਚ ਅਸੀਂ ਉੱਥੇ ਹੁਣ ਦਰਸ਼ਨ ਵੀ ਕਰਤੇ, ਜਿਵੇਂ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਅਸੀਂ ਉਸ ਸੈਕਿੰਡ ਦੇ ਵਿੱਚ ਚੁੱਭੀ ਵੀ ਲਾ ਕੇ ਬਾਹਰ ਨਿਕਲ ਗਏ ਹਾਂ। ਸੋ ਐਸਾ ਵਰ ਗੁਰੂ ਸਾਹਿਬ ਜੀ ਨੇ ਇੱਥੇ ਦਿੱਤਾ ਉਹਨਾਂ 60 ਸਿੰਘਾਂ ਵਾਸਤੇ। ਜਿਹੜੀ ਅਰਦਾਸ ਇੱਥੇ ਹੁੰਦੀ ਹੈ, ਉਸ ਅਰਦਾਸ ਦੇ ਵਿੱਚ ਸਾਰੇ ਹੀ ਇਤਿਹਾਸਿਕ ਤਾਂ ਗੁਰਦੁਆਰੇ ਸਾਹਿਬ ਤੇ ਵੱਡੀ ਅਰਦਾਸ ਤਾਂ ਹੁੰਦੀ ਹੈ। ਭਾਈ ਪਰਮੇਸ਼ਰ ਸਿੰਘ ਜੀ, ਬਹੁਤ ਬਹੁਤ ਡੂੰਘੀਆਂ ਗੱਲਾਂ ਨੇ, ਨਾਲੇ ਉਸ ਤਖਤ ਸਾਹਿਬ ਦੀ, ਕਿਉਂਕਿ ਬਹੁਤਿਆਂ ਨੂੰ, ਮੇਰੇ ਵਰਗਿਆਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਜੋ ਮਹਾਰਾਜ ਨੇ ਬਖਸ਼ਿਸ਼ਾਂ, ਕਿਉਂਕਿ ਜਿਹੜੇ ਉੱਥੇ ਵਿਚਰਦੇ ਨੇ, ਜਿਹੜੇ ਸੇਵਾ ਨਿਭਾਉਂਦੇ ਨੇ, ਉਹਨਾਂ ਕੋਲ ਬਹੁਤ ਵੱਡਾ ਇੱਕ ਖਜ਼ਾਨਾ ਵੀ ਹੈ, ਜੋ ਸਾਡਾ ਇੱਕ ਵਿਰਸਾ ਹੈ। ਉਹ ਵਿਰਸੇ ਦੀ ਸਾਂਝ ਅੱਜ ਆਪ ਜੀ ਸੰਗਤਾਂ ਨਾਲ ਪਾ ਰਹੇ ਹੋ। ਦਿਲ ਨਹੀਂ ਕਰਦਾ ਕਿ ਆਪ ਜੀ ਨੂੰ ਵਿੱਚ ਮਾੜਾ ਜਿਹਾ ਕੁਐਸਚਨ ਵੀ ਪਾਈਏ, ਪਰ ਥੋੜਾ ਜਿਹਾ ਇੱਕ ਮਨ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਚੀਜ਼, ਜੋ ਮਹਾਰਾਜ ਦੇ ਸਰੂਪ ਦੀ ਆਪਾਂ ਗੱਲ ਕਰਦੇ ਹਾਂ, ਜੋ World War I ਦੇ ਵਿੱਚ ਇੱਕ ਚੀਜ਼ ਹੋਈ ਸੀ, ਆਪ ਜੀ ਥੋੜੀ ਜਿਹੀ ਉਹਦੇ ਵਿਸਥਾਰ ਵਿੱਚ, ਉਹਦੇ ਵਿਖਸਾਨ ਜੋ ਆਪ ਜੀ ਪਾਸ ਮਹਾਰਾਜ ਨੇ ਬਖਸ਼ਿਸ਼ ਕਰਕੇ ਉਹ ਸਰੂਪ ਆਪ ਜੀ ਪਾਸ ਹਨ, ਆਪਾਂ ਉਹਦੇ ਦਰਸ਼ਨ ਦਿਦਾਰੇ ਵੀ ਸੰਗਤਾਂ ਨੂੰ ਕਰਾਉਣੇ ਹਨ, ਉਹਦੇ ਬਾਰੇ ਥੋੜੀ ਸਾਂਝ ਪਾਓ ਜੀ। ਜਿਸ ਸਮੇਂ ਫਰਸਟ ਵਰਲਡ ਵਾਰ ਹੋਇਆ ਸੀ ਜੀ, ਇਹ ਗੱਲ ਹੈ ਤਕਰੀਬਨ 1912 ਦੇ ਵਿੱਚ। ਫਰਸਟ ਵਰਲਡ ਵਾਰ ਜਿਹੜਾ ਸੀ ਉਹ ਯੂਕੇ ਤੇ ਜਰਮਨੀ ਦੇ ਵਿੱਚ ਸੀ ਜੀ। ਫਰਸਟ ਵਰਲਡ ਵਾਰ ਸਮੇਂ ਦੇ ਦੌਰਾਨ ਭਾਰਤ, ਹਿੰਦੁਸਤਾਨ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਅਧੀਨ ਸੀ। ਇੱਥੇ ਬ੍ਰਿਟਿਸ਼ਰਸ ਦਾ ਰੂਲ ਸੀ ਜੀ। ਤੇ ਫਰਸਟ ਵਰਲਡ ਵਾਰ ਦੇ ਸਮੇਂ ਦੇ ਦੌਰਾਨ ਜਰਮਨੀ ਜਿਹੜਾ ਹੈ ਉਹ ਯੂਕੇ, ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ। ਉਹ ਸਮਾਂ ਦੇਖ ਕੇ ਬ੍ਰਿਟਿਸ਼ਰਸ ਨੇ ਕੀ ਕੀਤਾ, ਹਿੰਦੁਸਤਾਨ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖਾਂ ਦੀ ਇੰਨੀ ਵਿਸ਼ਾਲ ਹਿਸਟਰੀ ਹੈ ਕਿ ਕਿੰਨੇ ਦ੍ਰਿੜਤਾ ਦੇ ਨਾਲ ਇਹ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ, ਹੈਨਾ ਜੀ। ਉਸ ਸਮੇਂ ਪਹਿਲੀ ਫੌਜ ਸਿੱਖਾਂ ਦੀ ਬ੍ਰਿਟਿਸ਼ਰਸ ਨੇ ਤਿਆਰ ਕੀਤੀ। ਉਸ ਫੌਜ ਦਾ ਨਾਂ ਰੱਖਿਆ ਗਦਰ ਦੀ ਫੌਜ। ਜਿਸ ਵੇਲੇ ਫੌਜ ਤਿਆਰ ਹੋਈ, ਫਿਰ ਉਹਨਾਂ ਬ੍ਰਿਟਿਸ਼ਰਸ ਗਵਰਨਮੈਂਟ ਨੇ ਫੌਜੀਆਂ ਨੂੰ ਆਦੇਸ਼ ਦਿੱਤਾ ਕਿ ਹੁਣ ਤੁਸੀਂ
ਵਿਦੇਸ਼ ਦੇ ਵਿੱਚ ਲੜਾਈ ਲੜਨ ਵਾਸਤੇ ਜਾਣਾ ਹੈ। ਜੀ ਇਹ ਆਰਡਰ ਸੁਣ ਕੇ ਸਾਰੇ ਦੇ ਸਾਰੇ ਗੁਰਸਿੱਖ ਫੌਜੀ ਅਕਾਲ ਤਖਤ ਸਾਹਿਬ ਪੁੱਜੇ। ਅੱਛਾ ਜੀ ਅਕਾਲ ਤਖਤ ਸਾਹਿਬ ਪਹੁੰਚ ਕੇ ਉਹਨਾਂ ਨੇ ਉੱਥੇ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਅਸੀਂ ਆਪਣੇ ਧਰਤੀ ਤੇ ਲੜਦੇ ਰਹੇ ਹਾਂ, ਜੀ ਇੱਕ ਥਾਂ ਤੋਂ ਦੂਜੀ ਥਾਂ ਤੇ ਜ਼ਮੀਨੀ ਤੌਰ ਤੇ ਮੂਵਮੈਂਟ ਕਰਦੇ ਰਹੇ ਹਾਂ, ਜੀ ਜ਼ਮੀਨ ਤੇ ਲੇਟ ਕੇ ਮੂਵਮੈਂਟ ਕਰਦੇ ਰਹੇ ਹਾਂ, ਐਕਸਰਸਾਈਜ਼ ਕਰਦੇ ਰਹੇ ਹਾਂ, ਜੀ ਸਾਡਾ ਇਹ ਦਾੜਾ, ਜੀ ਸਾਡੇ ਇਹ ਕੇਸ ਜਿਹੜੀ ਗੁਰੂ ਸਾਹਿਬ ਦੀ ਮੋਹਰ ਹੈ, ਜੀ ਉਹ ਇਹ ਸਾਡੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਲੱਗੇ, ਸਾਨੂੰ ਕੋਈ ਅਫਸੋਸ ਨਹੀਂ। ਜੀ ਪਰ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾ ਕੇ ਲੜਾਂਗੇ, ਜੀ ਐਕਸਰਸਾਈਜ਼ ਕਰਾਂਗੇ, ਜ਼ਮੀਨ ਤੋਂ ਇੱਕ ਥਾਂ ਤੇ ਦੂਜੀ ਥਾਂ ਤੋਂ ਮੂਵਮੈਂਟ ਕਰਾਂਗੇ, ਸਾਡਾ ਇਹ ਦਾੜਾ ਉਸ ਧਰਤੀ ਤੇ ਲੱਗੇ ਜਿੱਥੇ ਅੰਗਰੇਜ਼ਾਂ ਦੇ ਲੈਦਰ ਦੇ ਬੂਟ ਚੱਲੇ ਹੋਣਗੇ, ਸਾਨੂੰ ਇਹ ਮਨਜ਼ੂਰ ਨਹੀਂ। ਅੱਛਾ ਜੀ ਉਹਨਾਂ ਦੀ ਇਹ ਬੇਨਤੀ ਸੁਣ ਕੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਸਨ, ਉਹਨਾਂ ਨੇ ਗੁਰਮਤਾ ਕਰਕੇ ਪਹਿਲਾ ਹੁਕਮ ਜਾਰੀ ਕੀਤਾ, ਉਹਨਾਂ ਗੁਰਸਿੱਖਾਂ ਵਾਸਤੇ ਨੈਟ ਲਾਉਣ ਦਾ ਆਦੇਸ਼ ਦਿੱਤਾ। ਠੀਕ ਅੱਜ ਵੀ ਅਸੀਂ ਜਿਹੜੇ ਫੌਜੀ ਹੈਗੇ ਆ, ਬਿਲਕੁਲ ਜਿਹੜੇ ਫੌਜ ਦੇ ਵਿੱਚ ਡਿਊਟੀ ਕਰਦੇ ਨੇ, ਉਹ ਜਿਹੜਾ ਨੈਟ ਲਾਉਂਦੇ ਨੇ ਨਾ, ਉਹ ਪਹਿਲਾ ਆਦੇਸ਼ ਜਿਹੜਾ ਹੈ ਉਹਨਾਂ ਨੂੰ ਪਹਿਲੀ ਵਾਰ ਫਰਸਟ ਵਰਲਡ ਵਾਰ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤਾ। ਜੀ ਇਸ ਤੋਂ ਬਾਅਦ ਉਹ ਗੁਰਸਿੱਖ ਫੌਜੀ ਬੜੇ ਖੁਸ਼ ਹੋਏ ਤਾਂ ਕਿ ਉਹਨਾਂ ਨੂੰ ਦਾੜੇ ਦੀ ਸਾਂਭ ਵਾਸਤੇ ਅਕਾਲ ਤਖਤ ਸਾਹਿਬ ਤੋਂ ਹੁਕਮ ਮਿਲਿਆ। ਜੀ ਉਸ ਤੋਂ ਬਾਅਦ ਉਹਨਾਂ ਗੁਰਸਿੱਖ ਫੌਜੀਆਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਇੱਕ ਕੰਡੀਸ਼ਨ ਰੱਖ ਦਿੱਤੀ, ਇੱਕ ਮੰਗ ਰੱਖ ਦਿੱਤੀ ਕਿ ਜਦੋਂ ਤੱਕ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਦਰਸ਼ਨ ਨਹੀਂ ਕਰਾਂਗੇ, ਮੱਥਾ ਨਹੀਂ ਟੇਕਾਂਗੇ, ਹੁਕਮਨਾਮਾ ਨਹੀਂ ਲਵਾਂਗੇ, ਅਸੀਂ ਕੋਈ ਲੜਾਈ ਲੜਨ ਵਾਸਤੇ ਨਹੀਂ ਜਾਵਾਂਗੇ। ਬ੍ਰਿਟਿਸ਼ ਗਵਰਨਮੈਂਟ ਨੂੰ ਇਹ ਪਤਾ ਸੀ ਕਿ ਅਗਰ ਇਹਨਾਂ ਸਿੱਖਾਂ ਦੀ ਇਹ ਮੰਗ ਪੂਰੀ ਨਾ ਕੀਤੀ ਜਾਵੇ, ਇਹਨਾਂ ਨੇ ਕੋਈ ਵਿਦੇਸ਼ ਦੀ ਧਰਤੀ ਤੇ ਜਾ ਕੇ ਲੜਾਈ ਨਹੀਂ ਲੜਨਾ। ਉਸ ਸਮੇਂ ਇੰਗਲੈਂਡ ਦਾ ਜਾਪਾਨ ਦੇ ਨਾਲ ਅਲਾਈਅੰਸ ਸੀ। ਆਪ ਜੀ ਨੂੰ ਪਤਾ ਹੈ ਕਿ ਜਾਪਾਨ ਜਿਹੜਾ ਹੈ ਵਰਲਡ ਦੇ ਵਿੱਚ ਮਾਡਰਨ ਟੈਕਨੋਲੋਜੀ ਦੇ ਵਿੱਚ ਸਭ ਤੋਂ ਐਡਵਾਂਸ ਹੈ। ਉਸ ਸਮੇਂ ਬ੍ਰਿਟਿਸ਼ ਗਵਰਨਮੈਂਟ ਨੇ ਜਾਪਾਨ ਦੇ ਜਿਹੜੇ ਸਾਇੰਟਿਸਟ ਸੀ, ਉਹਨਾਂ ਦੇ ਨਾਲ ਬੜਾ ਖੋਜ ਵਿਚਾਰ ਕਰਕੇ ਜਿੰਨਾ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਈਜ਼ ਹੈ, ਉਸ ਨੂੰ ਮਿਨੀਮਾਈਜ਼ ਕੀਤਾ, ਜਿੰਨਾ ਘੱਟ ਤੋਂ ਘੱਟ ਹੋ ਸਕੇ ਮਿਨੀਮਾਈਜ਼ ਕਰਕੇ ਆਫਸੈਟ ਟੈਕਨੋਲੋਜੀ ਦੇ ਵਿੱਚ ਮਾਈਕਰੋ ਸਾਈਜ਼ ਦੇ ਵਿੱਚ ਇਹ ਸਰੂਪ ਤਿਆਰ ਕੀਤਾ, ਜਿਸ ਸਰੂਪ ਦਾ ਸਾਈਜ਼ 1/1.5 ਇੰਚ ਹੈ। ਸੋ ਉਹ ਸਰੂਪ ਜਿਹੜੇ ਹੈ ਉਹਨਾਂ ਗੁਰਸਿੱਖਾਂ ਨੂੰ ਉਹ ਸਰੂਪ ਦਿੱਤੇ ਗਏ, ਜਿਹੜੇ ਗੁਰਸਿੱਖ ਆਪਣੀ ਸ਼ੀਸ਼ ਦੇ ਵਿੱਚ ਉਹ ਸਰੂਪ ਰੱਖਿਆ ਕਰਦੇ ਸੀ। ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਉਹ ਸਰੂਪ ਦੇ ਦਰਸ਼ਨ ਦਿਦਾਰੇ ਕਰਨੇ, ਅਤੇ ਉਹਨਾਂ ਨੂੰ ਨਾਲ ਇੱਕ ਮੈਗਨੀਫਾਈਂਗ ਗਲਾਸ ਦਿੱਤਾ ਗਿਆ ਸੀ, ਜਿਸ ਮੈਗਨੀਫਾਈਂਗ ਗਲਾਸ ਦੇ ਨਾਲ ਉਹਨਾਂ ਦੇ ਅੱਖਰ 5 ਤੋਂ 10 ਗੁਣਾ ਲਾਰਜ ਕਰਕੇ ਪੜ੍ਹੇ ਜਾ ਸਕਦੇ ਸੀ। ਸੋ ਉਹ ਗੁਰਸਿੱਖ ਉਹ ਮੈਗਨੀਫਾਈਂਗ ਗਲਾਸ ਅਤੇ ਮਹਾਰਾਜ ਦਾ ਸਰੂਪ ਜਿਹੜਾ ਹੈ ਆਪਣੇ ਸ਼ੀਸ਼ ਵਿੱਚ ਰੱਖਦੇ ਸੀ। ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਦਰਸ਼ਨ ਕਰਨੇ, ਹੁਕਮਨਾਮਾ ਲੈਣਾ, ਫਿਰ ਲੜਾਈ ਲੜਨ ਵਾਸਤੇ ਜਾਣਾ। ਉਹ ਗੁਰਸਿੱਖ ਫੌਜੀ ਇੰਨੇ ਜੋਸ਼ ਵਿੱਚ ਲੜੇ। ਉਸ ਦੇ ਬਾਅਦ ਫਰਸਟ ਵਰਲਡ ਵਾਰ ਦਾ ਅੰਤ ਹੋ ਗਿਆ, ਵਰਲਡ ਵਾਰ ਹੀ ਸਮਾਪਤ ਹੋ ਗਈ। ਉਹਨਾਂ ਵਿੱਚੋਂ ਕੁਝ ਗੁਰਸਿੱਖ ਫੌਜੀ ਜਿਹੜੇ ਮੁੜ ਹਿੰਦੁਸਤਾਨ ਭਾਰਤ ਵਾਪਿਸ ਪਹੁੰਚੇ, ਉਹਨਾਂ ਨੇ ਇਹ ਸਰੂਪ ਇੱਕ ਜਿਹੜਾ ਹੈ ਅਕਾਲ ਤਖਤ ਸਾਹਿਬ ਵਿਖੇ ਇਸ ਦੇ ਨਾਲ ਦਾ ਸਰੂਪ ਸੀ, ਜਿਹੜੇ ਸਰੂਪ 1984 ਦੇ ਵਿੱਚ ਅਲੋਪ ਹੋ ਗਏ। ਉਸ ਦੇ ਬਾਅਦ ਉਹ ਸਰੂਪ ਨਹੀਂ ਰਹੇ। ਇਸ ਦੇ ਨਾਲ ਦਾ ਹੀ ਸਰੂਪ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਸੁਸ਼ੋਭਿਤ ਹੈ,
ਬਿਲਕੁਲ ਉਸ ਦੇ ਸਨਮੁਖ ਇਹ ਸਰੂਪ ਰੱਖਿਆ ਹੋਇਆ, ਜਿਸ ਸਰੂਪ ਦੇ ਦਰਸ਼ਨ ਅਸੀਂ ਸਾਲ ਵਿੱਚ ਕੇਵਲ ਇੱਕ ਵਾਰੀ ਕਰ ਸਕਦੇ ਹਾਂ। ਉਹ ਹੈ ਤਖਤ ਇਸ਼ਨਾਨ ਵਾਲਾ ਦਿਨ, ਦੀਵਾਲੀ ਤੋਂ ਇੱਕ ਦਿਨ ਪਹਿਲਾਂ। ਉਸ ਸਮੇਂ ਜਿੰਨੇ ਵੀ ਸਾਰੇ ਸ਼ਸਤਰ ਗੁਰੂ ਸਾਹਿਬ ਦੇ ਸਿੰਘਾਸਨ ਤੇ ਬਿਰਾਜਮਾਨ ਹੁੰਦੇ ਹਨ, ਉਹ ਜੀ ਸਾਰੇ ਸ਼ਸਤਰ ਉਸ ਦੇ ਨਾਲ ਇਹ ਸਰੂਪ ਜਿਹੜਾ ਹੈ ਬਾਹਰ ਦੀ ਪਰਿਕਰਮਾ ਦੇ ਵਿੱਚ ਉਹਨਾਂ ਨੂੰ ਪ੍ਰਕਾਸ਼ ਕੀਤਾ ਜਾਂਦਾ ਹੈ, ਅਤੇ ਦੁਪਹਿਰ ਨੂੰ 3 ਤੋਂ 4 ਵਜੇ ਸਾਰੇ ਹੀ ਇਤਿਹਾਸਿਕ ਜਿੰਨੇ ਸ਼ਸਤਰ ਹਨ ਜੀ ਅਤੇ ਮਹਾਰਾਜ ਦੇ ਇਹ ਛੋਟੇ ਗੁਰੂ ਗ੍ਰੰਥ ਸਾਹਿਬ ਸਰੂਪ ਦੇ ਦਰਸ਼ਨ ਕਰਾਏ ਜਾਂਦੇ ਹਨ। ਸੋ ਮੈਂ ਪਹਿਲਾਂ ਆਪ ਜੀ ਨੂੰ ਇਹ ਸਰੂਪ ਦੇ ਦਰਸ਼ਨ ਕਰਾ ਦੇਵਾਂ। ਇਹ ਦੇਖੋ, ਇਸ ਸੰਸਾਰ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ। ਇਹ ਸੰਸਾਰ ਦਾ ਸਭ ਤੋਂ ਛੋਟਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ। 1430 ਅੰਗ ਜਿਹੜੇ ਨੇ ਨਾ, ਇਹ ਹੂਬਹੂ ਉਸੇ ਤਰੀਕੇ ਦੇ ਨਾਲ ਇਸ ਦੇ ਅੰਦਰ ਜਿਹੜੇ ਨੇ ਅੰਕਿਤ ਹਨ, ਉਸ ਦੇ ਅੰਦਰ ਦਰਜ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਕੇਵਲ 1 ਬਾਏ 1.5 ਇੰਚ ਦੇ ਸਾਈਜ਼ ਦੇ ਵਿੱਚ ਹੈ। ਠੀਕ ਹੈ ਜੀ। ਜੀ ਸੋ ਜਦੋਂ ਅਸੀਂ ਇਹ ਸਰੂਪ ਦੇ ਦਰਸ਼ਨ ਕਰਦੇ ਹਾਂ, ਇਹ ਸਰੂਪ ਦੇ ਦਰਸ਼ਨ ਕਰਕੇ ਸਾਡੇ ਹਿਰਦੇ ਦੇ ਵਿੱਚ ਸਾਨੂੰ ਇੱਕੋ ਇੱਕ ਸਿੱਖ ਮਿਲਦੀ ਹੈ ਕਿ ਤਕਰੀਬਨ ਅੱਜ ਤੋਂ 100 ਸਾਲ ਪਹਿਲਾਂ, ਜਿੱਥੇ ਉਸ ਸਮੇਂ ਟੈਕਨੋਲੋਜੀ ਵੀ ਇੰਨੀ ਐਡਵਾਂਸ ਨਹੀਂ ਸੀ, ਬਿਲਕੁਲ ਬਿਲਕੁਲ, ਉਹਨਾਂ ਅਣਖੀਲੇ ਗੁਰਸਿੱਖ ਫੌਜੀਆਂ ਨੇ ਗੌਰਮੈਂਟ ਨੂੰ ਕੰਡੀਸ਼ਨ ਲਾਈ, ਗੌਰਮੈਂਟ ਨੂੰ ਮਜਬੂਰ ਕੀਤਾ ਕਿ ਸਾਡੀ ਜਿਹੜੀ ਮੰਗ ਹੈ, ਜਦੋਂ ਤੱਕ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ, ਅਸੀਂ ਕੋਈ ਲੜਾਈ ਲੜਨ ਵਾਸਤੇ ਨਹੀਂ ਜਾਵਾਂਗੇ। ਗੌਰਮੈਂਟ ਨੂੰ ਉਹਨਾਂ ਦੀ ਮੰਗ ਪੂਰੀ ਕਰਨੀ ਪਈ। ਇਹ ਸਰੂਪ ਦੇ ਦਰਸ਼ਨ ਕਰਕੇ ਸਾਡੇ ਹਿਰਦੇ ਦੇ ਵਿੱਚ ਇਹੀ ਭਾਵਨਾ ਜਾਗਣੀ ਚਾਹੀਦੀ ਹੈ ਕਿ ਅਸੀਂ ਵੀ ਜਿੱਥੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ, ਉਹਨਾਂ ਅਣਖੀਲੇ ਗੁਰਸਿੱਖਾਂ ਨੇ ਅੱਜ ਤੋਂ 100 ਸਾਲ ਪਹਿਲਾਂ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਗੈਰ ਨਹੀਂ ਕੀਤੀ, ਲੜਾਈ ਲੜਨ ਵਾਸਤੇ ਨਹੀਂ ਗਏ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ 10 ਗੁਰੂਆਂ ਦੀ ਜੋਤ ਹੈ, ਜਿਨ੍ਹਾਂ ਦੇ ਦਰਸ਼ਨ ਕੀਤੇ ਬਗੈਰ ਅਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਨਾ ਕਰੀਏ, ਤਾਂ ਜੋ ਸਾਡਾ ਜਨਮ ਸਫਲ ਹੋ ਸਕੇ, ਸਾਡੀ ਰੋਜ਼ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਸਕੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹੀਏ। ਸੋ ਇਹ ਇਤਿਹਾਸ ਜਿਹੜਾ ਹੈ, ਇਹ ਫਰਸਟ ਵਰਲਡ ਵਾਰ ਦੇ ਨਾਲ ਸੰਬੰਧਿਤ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ। ਜਿਹੜੇ ਸਰੂਪ ਦੇ ਆਪ ਜੀ ਨੇ ਦਰਸ਼ਨ ਕੀਤੇ, ਇਹ ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ, ਜਿਹੜੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਰਹੇ, ਜਿਹੜੇ ਦਾਸ ਦੇ ਦਾਦਾ ਜੀ ਵੀ ਸਨ ਜੀ। ਇਹ ਸਰੂਪ ਜਿਹੜਾ ਹੈ, ਉਹਨਾਂ ਅਣਖੀਲੇ ਫੌਜੀਆਂ ਦੇ ਵਿੱਚੋਂ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਭੇਟ ਕੀਤਾ। ਮਹਾਂਪੁਰਸ਼ਾਂ ਨੇ ਇਹ ਸਰੂਪ ਨੂੰ ਆਪਣੇ ਜਨਮ ਅਸਥਾਨ ਵਿਖੇ ਰੱਖਿਆ, ਜਿੱਥੇ ਦਾਸ ਰਹਿੰਦਾ ਹੈ। ਸੋ ਜਿਹੜੀਆਂ ਸੰਗਤਾਂ ਸਾਲ ਦੇ ਵਿੱਚ ਇੱਥੇ ਤਖਤ ਇਸ਼ਨਾਨ ਵਾਲੇ ਦਿਨ ਨਹੀਂ ਪਹੁੰਚ ਸਕਦੀਆਂ, ਉਹਨਾਂ ਨੂੰ ਅਗਰ ਇਸ ਸਰੂਪ ਦੇ ਦਰਸ਼ਨ ਕਰਨੇ ਹੋਣ, ਇਸ ਦਾ ਇਤਿਹਾਸ ਜਾਣਨਾ ਹੋਵੇ, ਉਹ ਫਿਰ ਇੱਥੇ ਪਹੁੰਚ ਕੇ ਇਸ ਸਰੂਪ ਦੇ ਦਰਸ਼ਨ ਕਰਦੇ ਹਨ, ਜਿਸ ਸਰੂਪ ਦੇ ਨਾਲ ਹਿਰਦੇ ਵਿੱਚ ਇਹ ਭਾਵਨਾ ਜਗ ਜੇ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ, ਕੋਈ ਇੱਕ ਦਿਨ 24 ਘੰਟਿਆਂ ਵਿੱਚੋਂ ਸਾਡਾ ਇੱਕ ਪਲ ਐਸਾ ਵਿਅਰਥ ਨਾ ਜਾਵੇ, ਜਿਹੜਾ ਪਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਬਿਗਰ ਵਾਂਝਾ ਗਵਾਈਏ। ਹਾਂਜੀ ਪਰਮੇਸ਼ਰ ਸਿੰਘ ਜੀ, ਇੱਕ ਹੋਰ ਚੀਜ਼ ਜੋ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਹਨ ਕਿ ਸਵੇਰ ਨੂੰ ਗਾਗਰ ਦੀ ਸੇਵਾ, ਗਾਗਰ ਲੈ ਕੇ ਜਲ ਲਾਉਂਦਾ, ਜਿਹਦੀ ਫਿਰ ਆਪਾਂ ਸੇਵਾ ਹੁੰਦੀ, ਉਹਦੇ ਵਿੱਚ ਥੋੜੀ ਜਿਹੀ ਸੰਗਤਾਂ ਦੇ ਨਾਲ ਸਾਂਝ ਪਾਓ, ਕਿਉਂਕਿ ਕਈ ਗੁਰਮੁਖ ਪਿਆਰੇ ਕਈ ਇਹਨਾਂ ਪ੍ਰਦੇਸ਼ਾਂ ਵਿੱਚ ਬੈਠੇ ਨਹੀਂ ਜਾ ਪਾਉਂਦੇ, ਕਦੇ ਦਰਸ਼ਨ ਦਿਦਾਰੇ ਨਹੀਂ ਕਰ ਪਾਉਂਦੇ, ਉਹ ਵੀ ਥੋੜੀ ਸਾਂਝ ਸੰਗਤ ਨਾਲ ਜ਼ਰੂਰ ਪਾਓ ਜੀ। ਮੈਂ ਦੱਸਦਾ, ਦਿਨ ਦੀ ਜਿਹੜੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦਾ, ਮੈਂ ਇੱਕ ਦਿਨ ਦਾ ਅਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ
किवाड़ ਜਿਹੜੇ ਨੇ ਸ਼ੁਰੂਆਤ ਹੋਣ ਤੋਂ ਲੈ ਕੇ ਉਸ ਤੋਂ ਪਹਿਲਾਂ ਤੋਂ ਲੈ ਕੇ ਜਦੋਂ ਕਿਵਾੜ ਬੰਦ ਹੁੰਦੇ ਨੇ, ਜੀ ਅਗਰ ਇੱਕ ਦਿਨ ਦਾ ਪੂਰਾ ਵੇਰਵਾ ਦੱਸਾਂ ਤੇ ਉਹ ਇਸ ਤਰ੍ਹਾਂ ਹੈ ਕਿ 12 ਵਜੇ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਗੁਰੂ ਸਾਹਿਬ ਦਾ ਜਿਹੜਾ ਤਖਤ ਹੈ, ਉਸ ਦੇ ਮਹਾਰਾਜ ਦੇ ਇਸ਼ਨਾਨ ਕਰਵਾ ਕੇ ਨਵੀਂ ਵਿਛਾਈ ਹੁੰਦੀ ਹੈ ਉੱਥੇ। ਉਹ ਤਕਰੀਬਨ 12:30 1 ਵਜੇ ਸ਼ੁਰੂ ਹੋ ਕੇ 2 ਵਜੇ ਤੱਕ ਉਹ ਵਿਛਾਈ ਹੁੰਦੀ ਹੈ। ਫਿਰ ਨਾਲ ਹੀ 2 ਵਜੇ ਤੋਂ ਲੈ ਕੇ 3 ਵਜੇ ਤੱਕ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਉੱਥੇ ਹੁੰਦਾ ਹੈ। ਇਸ ਸਮੇਂ ਦੌਰਾਨ 2 ਵਜੇ ਹੀ ਮਹਾਰਾਜ ਨੂੰ ਇਸ਼ਨਾਨ ਕਰਾਉਣ ਵਾਸਤੇ ਜਿਹੜਾ ਗੁਰੂ ਸਾਹਿਬ ਜੀ ਦਾ ਥੜਾ ਬਣਿਆ ਹੈ, ਜਿਹੜਾ ਗੁਰੂ ਸਾਹਿਬ ਜੀ ਦਾ ਅੰਗੀਠਾ ਸਾਹਿਬ ਹੈ, ਉਸ ਦੇ ਇਸ਼ਨਾਨ ਕਰਾਉਣ ਵਾਸਤੇ ਗੋਦਾਵਰੀ ਤੋਂ ਜਲ ਲੈ ਕੇ ਆਉਂਦੇ ਹਨ। ਸੋ ਜਿਹੜੇ ਗਾਗਰੀਆ ਸਿੰਘ ਹੈ ਉਹ ਮਹਾਰਾਜ ਇੱਥੇ ਆ ਕੇ ਪਹਿਲਾਂ ਗੁਰੂ ਸਾਹਿਬ ਦੇ ਇੱਥੇ ਦਰਸ਼ਨ ਕਰਕੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਪਰਿਕਰਮਾ ਕਰਕੇ ਫਿਰ ਗਾਗਰ ਲੈ ਕੇ ਨਾਮ ਜਪਦੇ ਹੋਏ ਗੋਦਾਵਰੀ ਵਿੱਚ ਜਾ ਕੇ ਉੱਥੇ ਜਲ ਭਰ ਕੇ ਫਿਰ ਉੱਥੇ ਅਰਦਾਸ ਕਰਦੇ ਹਨ, ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਇਸ਼ਨਾਨ ਵਾਸਤੇ ਗਾਗਰ ਦਾ ਜਲ ਭਰ ਕੇ ਲੈ ਕੇ ਜਾ ਰਹੇ ਹਨ, ਆਪ ਜੀ ਕਿਰਪਾ ਰੱਖੋ, ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ। ਫਿਰ ਸਾਰੀਆਂ ਸੰਗਤਾਂ ਗਾਗਰ ਦੇ ਨਾਲ ਵਾਪਸ ਆ ਕੇ ਫਿਰ ਉਹ ਗਾਗਰ ਇੱਕ ਉੱਥੇ ਰੱਖੀ ਜਾਂਦੀ ਹੈ। ਦੂਜੀ ਗਾਗਰ ਜਿਹੜੀ ਹੈ ਗੁਰਦੁਆਰੇ ਸਾਹਿਬ ਦੇ ਬਿਲਕੁਲ ਕੋਲ ਜਿਹੜਾ ਨਿਸ਼ਾਨ ਸਾਹਿਬ ਹੈ, ਛੋਟਾ ਨਿਸ਼ਾਨ ਸਾਹਿਬ, ਉੱਥੇ ਬੌਲੀ ਸਾਹਿਬ ਹੈ, ਉਸ ਬੌਲੀ ਸਾਹਿਬ ਦੇ ਵਿੱਚੋਂ ਦੂਜੀ ਗਾਗਰ ਲੈ ਕੇ ਉੱਥੇ ਰੱਖਦੇ ਹਨ। ਫਿਰ 3 ਵਜੇ ਤਖਤ ਸਾਹਿਬ ਜੀ ਦੇ ਸਨਮਾਨਯੋਗ ਜਥੇਦਾਰ ਸਾਹਿਬ ਆ ਕੇ ਕਿਵਾੜ ਖੋਲਣ ਦੀ ਅਤੇ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਸਮਾਪਤੀ ਦੀ ਅਰਦਾਸ ਕਰਕੇ ਫਿਰ ਜਿਹੜਾ ਗੁਰੂ ਅੰਦਰ ਦਾ ਕਿਵਾੜ ਹੈ ਉਸ ਨੂੰ ਖੋਲਦੇ ਹਨ। ਫਿਰ ਉਹ ਖੋਲ ਕੇ ਜਥੇਦਾਰ ਸਾਹਿਬ ਅੰਦਰ ਜਾकर ਮਹਾਰਾਜ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ, ਉਹ ਬਾਹਰ ਜਿਹੜੇ ਮੀਤ ਗ੍ਰੰਥੀ ਸਾਹਿਬ ਖੜੇ ਹੁੰਦੇ ਨੇ ਉਹਨਾਂ ਨੂੰ ਉਹ ਦੋਵੇਂ ਸਰੂਪ ਦਿੰਦੇ ਹਨ। ਫਿਰ ਦੋਨੇ ਸਰੂਪ ਦੇਣ ਤੋਂ ਬਾਅਦ ਜਿਹੜੀ ਗਾਗਰ ਗੋਦਾਵਰੀ ਤੋਂ ਤੇ ਉਹ ਬੌਲੀ ਸਾਹਿਬ ਤੋਂ ਲਈ ਗਈ ਹੈ, ਉਸ ਗਾਗਰ ਦਾ ਜਲ ਵੱਡੀ ਗਾਗਰ ਬਾਬਾ ਜੀ ਅੰਦਰੋਂ ਦਿੰਦੇ ਹਨ ਜਥੇਦਾਰ ਸਾਹਿਬ। ਫਿਰ ਗਾਗਰੀਆ ਸਿੰਘ ਉਹਨਾਂ ਦੋਵਾਂ ਹੀ ਗਾਗਰ ਦਾ ਜਲ ਉਸ ਇੱਕ ਗਾਗਰ ਦੇ ਵਿੱਚ ਭਰ ਕੇ ਨਾਲ ਕੱਚਾ ਦੁੱਧ ਜਿਹੜਾ ਹੈ ਉਹ ਮਹਾਰਾਜ ਦੇ ਅਸਥਾਨ ਵਿੱਚ ਅੰਦਰ ਜਿਹੜੀ ਗਾਗਰ ਹੈ ਜਥੇਦਾਰ ਸਾਹਿਬ ਨੂੰ ਦੇ ਦਿੰਦੇ ਹਨ। ਫਿਰ ਉਹ ਗਾਗਰ ਨੂੰ ਤੀਰ ਦੇ ਨਾਲ ਭੋਗ ਲਵਾ ਕੇ ਫਿਰ ਜਥੇਦਾਰ ਸਾਹਿਬ ਉਸ ਨੂੰ ਜਿਹੜਾ ਹੈ ਅੰਦਰ ਰੱਖਦੇ। ਫਿਰ ਉਹਦੇ ਬਾਅਦ ਜਥੇਦਾਰ ਸਾਹਿਬ ਬਾਹਰ ਆ ਕੇ ਜਿਹੜੀਆਂ ਸੰਗਤਾਂ ਅੰਮ੍ਰਿਤ ਵੇਲੇ ਆਉਂਦੀਆਂ ਹਨ ਉਹਨਾਂ ਦੀ ਜੋ ਅਰਦਾਸ ਹੁੰਦੀ ਹੈ ਇੱਥੇ ਪਰਚੀ ਕੱਟਦੀ ਹੈ, ਰਿਸਿਪਟ ਕੱਟਦੀ ਹੈ, ਨਾਂ ਲਿਖਿਆ ਜਾਂਦਾ ਹੈ। ਉਸ ਨਾਂ ਦੇ ਨਾਲ ਜਿਨ੍ਹਾਂ ਦੀ ਜੋ ਅਰਦਾਸ ਹੈ, ਸ਼ੁਭ ਮਨੋਕਾਮਨਾਵਾਂ, ਪੁੱਤਰ ਦੀ ਦਾਤ, ਦੇਹ ਅਰੋਗਤਾ, ਤੰਦਰੁਸਤੀਆਂ, ਜਿਨ੍ਹਾਂ ਦੀ ਵੀ ਜੋ ਇੱਛਾਵਾਂ ਦੀ ਅਰਦਾਸ ਹੈ ਉਹ ਅਰਦਾਸ ਜਥੇਦਾਰ ਸਾਹਿਬ ਆਪ ਕਰਦੇ ਹਨ। ਅਰਦਾਸ ਹੋਣ ਤੋਂ ਉਪਰੰਤ ਫਿਰ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਸਰਦਾਈ ਦਾ ਭੋਗ ਲੱਗਦਾ ਹੈ। ਉਹ ਸਰਦਾਈ ਦਾ ਭੋਗ ਜਿਹੜੇ ਸੁਖਾਈ ਸਿੰਘ ਹੈ ਉਹ ਬਾਟੇ ਦੇ ਵਿੱਚ ਲੈ ਕੇ ਆਉਂਦੇ ਹਨ। ਫਿਰ ਗੁਰੂ ਸਾਹਿਬ ਦੇ ਅੱਗੇ ਉਹ ਸਰਦਾਈ ਦਾ ਬਾਟਾ ਰੱਖ ਕੇ ਪਰਦਾ ਕੀਤਾ ਜਾਂਦਾ ਹੈ। ਪਰਦਾ ਕਰਕੇ ਟਲ ਖੜਕਾ ਕੇ ਉਸ ਦੇ ਵਿੱਚ ਸ਼ਲੋਕ ਦੇ ਉਚਾਰਨ ਹੁੰਦੇ ਹਨ। ਸ਼ਲੋਕਾਮ ਕਰੋਦਰ ਲੋਭ ਮੂਹ, ਫਿਰ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਫਿਰ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਓ ਭੋਗ ਹਰ ਰਾਏ। ਸੋ ਇਹ ਜਿਹੜਾ ਹੈ ਪਹਿਲਾ ਭੋਗ ਜਿਹੜਾ ਗੁਰੂ ਸਾਹਿਬ ਨੂੰ ਸ਼ਰਦਾਈ ਦਾ ਲੱਗਦਾ ਹੈ। ਭੋਗ ਲੱਗ ਕੇ ਫਿਰ ਉਹ ਸਾਰੀਆਂ ਸੰਗਤਾਂ ਨੂੰ ਬਾਹਰ ਪ੍ਰਸ਼ਾਦ ਮਿਲਦਾ ਹੈ। ਉਸ ਦੇ ਬਾਅਦ ਇਹ ਸਮੇਂ ਦੌਰਾਨ ਹੀ ਜਦੋਂ ਪਹਿਲਾ ਕੀਰਤਨ ਜਿਹੜਾ ਹੈ ਆਰੰਭ ਹੋ ਜਾਂਦਾ ਹੈ। ਫਿਰ ਇੱਕ ਸ਼ਬਦ ਲੈ ਕੇ ਦਰਸ਼ਨ ਦਿਦਾਰੇ ਦਾ ਗੁਰੂ ਸਾਹਿਬ ਦਾ ਉਹ ਸ਼ਬਦ ਲੈ ਕੇ ਫਿਰ ਉਹਦੇ ਬਾਅਦ ਉਹਨਾਂ ਸਮਾਂ ਮੀਤ ਗ੍ਰੰਥੀ ਸਾਹਿਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਦੇ ਹਨ। ਪ੍ਰਕਾਸ਼ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਲੈਂਦੇ। ਗੁਰੂ ਸਾਹਿਬ ਫਿਰ ਹੁਕਮਨਾਮਾ ਬਖਸ਼ਦੇ। ਜਿਵੇਂ ਗੁਰੂ ਸਾਹਿਬ ਦਾ ਹੁਕਮਨਾਮਾ ਲਿੱਤਾ ਜਾਂਦਾ ਹੈ ਉਦੋਂ ਜਥੇਦਾਰ ਸਾਹਿਬ ਜਿਹੜਾ ਸਾਹਮਣੇ ਦਾ ਕਿਵਾੜ ਉਹਨਾਂ ਨੇ ਖੋਲਿਆ ਸੀ ਉਹ ਕਿਵਾੜ ਫਿਰ ਉਹ ਬੰਦ ਕਰ ਲੈਂਦੇ ਤਾਂ ਕਿ ਉਹ ਅੰਦਰ ਦੀ ਸੇਵਾ ਕਰ ਸਕਣ। ਫਿਰ ਜਿਵੇਂ ਕਿਵਾੜ ਬੰਦ ਹੋ ਗਿਆ, ਆਸਾ ਦੀਵਾਰ ਦੀ
ਆਰੰਭਤਾ ਹੋ ਜਾਂਦੀ ਹੈ ਤੇ ਜਥੇਦਾਰ ਸਾਹਿਬ ਅੰਦਰ ਜਿਹੜਾ ਗੁਰੂ ਸਾਹਿਬ ਦਾ ਸਿੰਘਾਸਨ ਹੈ, ਜਿਹੜਾ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਹੈ, ਗਾਗਰ ਦੇ ਨਾਲ ਪੂਰੇ ਸਿੰਘਾਸਨ ਦੇ ਮਹਾਰਾਜ ਦੇ ਇਸ਼ਨਾਨ ਕਰਵਾ ਕੇ ਉਸ ਨੂੰ ਸਫਾਈ ਦੇ ਨਾਲ ਸਾਫ਼ ਕਰਕੇ, ਟਾਵਲ ਦੇ ਨਾਲ ਉਸ ਨੂੰ ਪੁੰਜ ਕੇ ਸੁੱਕਾ ਕਰਕੇ ਫਿਰ ਉੱਥੇ ਵਿਛਾਈ ਹੁੰਦੀ ਹੈ। ਫਿਰ ਰੁਮਾਲਾ ਵੀ ਉੱਥੇ ਸਜਾਇਆ ਜਾਂਦਾ ਹੈ। ਉਸ ਦੇ ਬਾਅਦ ਸਭ ਤੋਂ ਪਹਿਲਾਂ ਉੱਥੇ ਗੁਰੂ ਸਾਹਿਬ ਦੀ ਜਿਹੜੀ ਕਲਗੀ ਹੈ, ਉਸ ਨੂੰ ਜਿਸ ਦੇ ਅੰਦਰ ਛੋਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰੱਖੇ ਹਨ, ਉਸ ਸਰੂਪ ਦੇ ਨਾਲ ਉਹ ਰੱਖ ਕੇ ਫਿਰ ਗੁਰੂ ਸਾਹਿਬ ਦੇ ਜਿਹੜੇ ਸਰੂਪ ਹਨ ਚਾਰੇ ਪਾਸੇ, ਉਹ ਸਰੂਪ ਰੱਖੇ ਜਾਂਦੇ ਹਨ। ਨਾਲ ਹੀ ਫਿਰ ਜਿੰਨੇ ਵੀ ਇਤਿਹਾਸਕ ਸ਼ਸਤਰ ਹਨ, 4 ਸ਼ਸਤਰ ਜਿਹੜੇ ਅਸੀਂ ਰੋਜ਼ ਇੱਥੇ ਦਰਸ਼ਨ ਕਰਦੇ ਹਾਂ, ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਸ਼੍ਰੀ ਸਾਹਿਬਾਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ 2 ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹਨ। ਜਿਹੜੀ ਤੀਰ ਗੁਰੂ ਸਾਹਿਬ ਨੇ ਨਗੀਨੇ ਘਾਟ ਤੋਂ ਇਸ ਸਤਜੁਗ ਦਾ ਤਪ ਅਸਥਾਨ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੇ ਤੀਰ ਦੇ ਨਾਲ ਇਸ ਸਤਜੁਗ ਦਾ ਅਸਥਾਨ ਪ੍ਰਗਟ ਕੀਤਾ। ਤੇ ਇੱਕ ਛੋਟੀ ਕਿਰਪਾਨ, ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਵੇਲੇ ਆਪਣੀ ਸ਼ੀਸ਼ ਦੇ ਵਿੱਚ ਸਜਾ ਕੇ ਰੱਖਦੇ ਸੀ। ਇਸ ਤੋਂ ਇਲਾਵਾ ਅਨੇਕਾਂ ਹੀ ਗੁਰਸਿੱਖਾਂ ਜਿਨ੍ਹਾਂ ਨੇ ਨਾਮ ਜਪਿਆ, ਆਪਣੇ ਜੀਵਨ ਦੇ ਵਿੱਚ ਬੜੀ ਹੀ ਘਾਲਣਾ ਵਾਲਾ ਜੀਵਨ ਘਾਲਿਆ, ਉਹਨਾਂ ਦੇ ਵੀ ਸ਼ਸਤਰ ਇਸ ਅਸਥਾਨ ਤੇ ਸੁਸ਼ੋਭਿਤ ਹਨ, ਜਿਨ੍ਹਾਂ ਦੇ ਦਰਸ਼ਨ ਤਖਤ ਇਸ਼ਨਾਨ ਵਾਲੇ ਦਿਨ ਸਾਰੇ ਸ਼ਸਤਰਾਂ ਦੇ ਦਰਸ਼ਨ ਤੇ ਉਹਨਾਂ ਦੀ ਜਿਹੜੀ ਹਿਸਟਰੀ ਉਹ ਦੱਸੀ ਜਾਂਦੀ ਹੈ। ਫਿਰ ਸਿੰਘ ਸਾਹਿਬ ਕੀ ਕਰਦੇ ਹਨ ਕਿ ਉਹ ਸਾਰੇ ਸ਼ਸਤਰ ਜਿਹੜੇ ਹਨ ਆਪਣੇ ਆਪਣੇ ਅਸਥਾਨ ਜਿੱਥੇ ਉਹਦੀ ਥਾਂ ਹੈ ਉੱਥੇ ਸੁਸ਼ੋਭਿਤ ਕਰਕੇ ਫਿਰ 5 ਵਜੇ 3 ਵਜੇ ਜਦੋਂ ਅੰਦਰ ਜਾਂਦੇ ਹਨ, ਫਿਰ 5 ਵਜੇ ਬਾਹਰ ਨਿਕਲਦੇ ਜਥੇਦਾਰ ਸਾਹਿਬ। ਉਸ ਸਮੇਂ ਦੇ ਦੌਰਾਨ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਹੋਇਆ, ਉਸ ਦੇ 15-20 ਮਿੰਟ ਬਾਅਦ ਦਸਮ ਮਹਾਰਾਜ ਜੀ ਦਾ, ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਬਖਸ਼ੀਸ਼ ਹੁੰਦਾ ਹੈ। ਫਿਰ ਉਸ ਦੇ ਬਾਅਦ ਇਹ ਸਮੇਂ ਦੇ ਦੌਰਾਨ ਆਸਾ ਦੀ ਵਾਰ ਜਿਹੜੀ ਹੈ ਮਹਾਰਾਜ ਦੀ, ਉਸ ਦਾ ਪਾਠ ਜਿਹੜਾ ਆਰੰਭ ਹੋਇਆ ਸੀ ਉਹ ਚੱਲਦੀ ਰਹਿੰਦੀ ਹੈ। 5 ਵਜੇ ਜਥੇਦਾਰ ਸਾਹਿਬ ਬਾਹਰ ਨਿਕਲਦੇ ਹਨ ਜਲ ਪਾਣੀ ਵਾਸਤੇ ਜਾ ਕੇ, ਫਿਰ 5:30 ਵਜੇ ਇਸ਼ਨਾਨ ਪਾਣੀ ਕਰਕੇ ਫਿਰ ਆਪਣੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਹਨ। ਫਿਰ 5:30 ਵਜੇ ਜਿਹੜੀ ਅੰਦਰ ਰਹਿੰਦੀ ਸੇਵਾ ਹੈ ਉਹ ਸੰਪੂਰਨ ਕਰਕੇ 6 ਵਜੇ ਆਸਾ ਦੀ ਵਾਰ ਦੀ ਸਮਾਪਤੀ ਹੁੰਦੀ ਹੈ। ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਜਿਹੜੇ ਮੀਤ ਜਥੇਦਾਰ ਸਾਹਿਬ ਹੈ ਆਸਾ ਦੀ ਵਾਰ ਦੀ ਸਮਾਪਤੀ ਦੀ ਅਰਦਾਸ ਕਰਦੇ ਹਨ। ਜਿਵੇਂ ਸਮਾਪਤੀ ਦੀ ਅਰਦਾਸ ਹੋਈ, ਫਿਰ ਸਾਹਮਣੇ ਦਾ ਕਿਵਾੜ ਜਿੱਥੇ ਅੰਦਰ ਮਹਾਰਾਜ ਦੇ ਸਾਰੇ ਸ਼ਸਤਰ ਆਪਣੀ ਆਪਣੀ ਥਾਂ ਤੇ ਸੁਸ਼ੋਭਿਤ ਕੀਤੇ ਹੁੰਦੇ ਹਨ, ਸਾਰੀ ਸੇਵਾ ਅੰਦਰ ਦੀ ਹੋਈ ਹੁੰਦੀ ਹੈ, ਫਿਰ ਸਾਹਮਣੇ ਦੇ ਕਿਵਾੜ ਖੋਲੇ ਜਾਂਦੇ। ਫਿਰ ਸਾਹਮਣੇ ਦੇ ਕਿਵਾੜ ਖੋਲਣ ਦੇ ਬਾਅਦ ਉਸ ਦੇ ਬਾਅਦ ਫਿਰ ਆਨੰਦ ਸਾਹਿਬ ਜੀ ਦਾ ਪਾਠ ਹੁੰਦਾ ਹੈ। ਗੁਰੂ ਸਾਹਿਬ ਨੂੰ ਕੜਾ ਪ੍ਰਸ਼ਾਦ ਦੀ ਦੇਗ ਦਾ ਭੋਗ ਲੱਗਦਾ ਹੈ। ਉਸ ਦੀ ਅਰਦਾਸ ਜਿਹੜੀ ਹੈ ਫਿਰ ਜਥੇਦਾਰ ਸਾਹਿਬ ਆਪ ਕਰਦੇ ਹਨ। ਉਹਨਾਂ ਤੋਂ ਬਾਅਦ ਫਿਰ ਮੀਤ ਜਥੇਦਾਰ ਸਾਹਿਬ ਜਿਨ੍ਹਾਂ ਵੱਲੋਂ 1-1 ਮਹੀਨੇ 2-2 ਮਹੀਨੇ 1-1 ਸਾਲ ਹੈਨਾ 2-2 ਸਾਲਾਂ ਲਈ ਕੜਾ ਪ੍ਰਸ਼ਾਦ ਇੱਥੇ ਰਸਦ ਕਰਾਈ ਹੁੰਦੀ ਹੈ ਜਾਂ ਸदैव ਵੀ ਕੜਾ ਪ੍ਰਸ਼ਾਦ ਦੀ ਰਸਦ ਹੁੰਦੀ ਹੈ, ਉਹਨਾਂ ਦੀ ਅਰਦਾਸ ਫਿਰ ਮੀਤ ਜਥੇਦਾਰ ਸਾਹਿਬ ਕਰਦੇ ਹਨ। ਫਿਰ ਇੱਕ ਸ਼ਬਦ ਹੁੰਦਾ ਹੈ। ਫਿਰ ਉਸ ਦੇ ਬਾਅਦ ਮਹਾਰਾਜ ਦੇ ਤਿੰਨੇ ਜਿਹੜੇ ਕਿਵਾੜ ਹੈ, 4 ਕਿਵਾੜ ਹੈ ਨਾ ਅੰਦਰ ਜਿੱਥੇ ਮਹਾਰਾਜ ਦਾ ਅੰਗੀਠਾ ਸਾਹਿਬ ਹੈ, ਪਹਿਲਾਂ ਤੇ ਸਾਹਮਣੇ ਦਾ ਖੁੱਲ ਗਿਆ, ਉਸ ਦੇ ਬਾਅਦ 3 ਜਿਹੜੇ ਕਿਵਾੜ ਹੈ ਉਹ ਉੱਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਇਹ ਸ਼ਬਦ ਦਾ ਗਾਇਨ ਹੁੰਦਾ ਹੈ। ਇਸ ਦੇ ਨਾਲ ਹੀ ਜਿਹੜੇ ਨੇ 3 ਕਿਵਾੜ ਖੋਲਣ ਦੇ ਬਾਅਦ ਫਿਰ 2 ਸਰੂਪ ਜਿਹੜੇ ਨੇ ਪਿਛਲੇ ਦਰਵਾਜ਼ੇ ਤੋਂ ਹੈਡ ਗ੍ਰੰਥੀ ਸਾਹਿਬ ਆ ਕੇ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਉਹ ਸਰੂਪ ਫਿਰ ਤਖਤ ਸਾਹਿਬ ਵਿਖੇ ਵੱਡੀ ਜਿਹੜੀ ਪਾਲਕੀ ਸਾਹਿਬ ਹੈ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੰਜੀ ਸਾਹਿਬ ਤੇ ਦਸਮ ਮਹਾਰਾਜ ਦੇ ਸਰੂਪ ਰੱਖ ਕੇ ਫਿਰ ਉਸ ਦੇ ਬਾਅਦ ਜਿਹੜਾ ਹੈ ਸ਼ਬਦ ਹੁੰਦਾ ਹੈ। 2 ਸ਼ਬਦ ਹੋਣ ਦੇ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਹੁੰਦਾ ਹੈ। ਉਸ ਦੇ ਬਾਅਦ ਜਿਵੇਂ ਸਵੇਰੇ ਹੈ ਨਾ ਆਪ ਜੀ ਨੇ ਮੀਤ ਗ੍ਰੰਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ, ਫਿਰ ਦਸਮ ਮਹਾਰਾਜ ਜੀ ਦਾ ਹੁਕਮਨਾਮਾ, ਉਸੇ ਤਰੀਕੇ ਦੇ ਨਾਲ ਹੈਡ ਗ੍ਰੰਥੀ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਲੈਣ ਤੋਂ ਬਾਅਦ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਫਿਰ ਉਹਨਾਂ ਦਾ ਹੁਕਮਨਾਮਾ ਲੈਂਦੇ ਹਨ। ਉਹ ਹੁਕਮਨਾਮੇ ਤੋਂ ਉਪਰੰਤ ਫਿਰ ਦੀਵਾਨ ਦੇ ਸਮਾਪਤੀ ਦੀ ਅਰਦਾਸ ਹੁੰਦੀ ਹੈ, ਵੱਡੀ ਅਰਦਾਸ ਜਿਹਦੇ ਵਿੱਚ ਸਾਰੇ ਗੁਰਦੁਆਰੇ ਸਾਹਿਬ ਦੇ ਨਾਲ ਲਿੱਤੇ ਜਾਂਦੇ ਹਨ। ਉਸ ਅਰਦਾਸ ਤੋਂ ਪਹਿਲਾਂ ਜਿਹੜੇ 3 ਕਿਵਾੜ ਪਿਛਲੇ ਨੇ ਉਹ ਕਿਵਾੜ ਬੰਦ ਕੀਤੇ ਜਾਂਦੇ।
ਅੱਛਾ 1 ਘੰਟੇ ਵਾਸਤੇ ਉਹ ਕਿਵਾੜ 3 ਜਿਹੜੇ ਖੁੱਲਦੇ ਨੇ, ਉਹਨਾਂ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਜੀ ਫਿਰ ਵੱਡੀ ਅਰਦਾਸ ਹੋਣ ਦੇ ਬਾਅਦ ਫਿਰ ਹੁਕਮਨਾਮਾ ਹੁੰਦਾ। ਹੁਕਮਨਾਮਾ ਸੁਣ ਕੇ ਜਥੇਦਾਰ ਸਾਹਿਬ, ਮੀਰ ਜਥੇਦਾਰ ਸਾਹਿਬ, ਹੈਡ ਗ੍ਰੰਥੀ ਸਾਹਿਬ ਜਿਹੜੇ ਗੁਰਦੁਆਰੇ ਸਾਹਿਬ ਆਏ ਹੁੰਦੇ ਹਨ, ਉਹ ਆਪਣੀ ਸੇਵਾਵਾਂ ਕਰਕੇ ਚਲੇ ਜਾਂਦੇ ਹਨ। ਫਿਰ ਜਥੇਦਾਰ ਸਾਹਿਬ ਤਕਰੀਬਨ 7:30 8 ਵਜੇ ਆਪਣੀ ਜਿਹੜੀ ਦੇਵੜੀ ਹੈ, ਜਿੱਥੇ ਉਹਨਾਂ ਦੀ ਰਿਹਾਇਸ਼ ਹੈ, ਉੱਥੇ ਜਾ ਕੇ ਜਲ ਪਾਣੀ ਛਕ ਕੇ ਨਾਸ਼ਤਾ ਕਰਕੇ ਫਿਰ ਬ੍ਰੇਕਫਾਸਟ ਕਰਨ ਤੋਂ ਬਾਅਦ ਉਹ ਰੈਸਟ ਕਰਦੇ 1-2 ਘੰਟਾ। ਫਿਰ 10 ਵਜੇ ਉੱਠ ਕੇ ਉਹਨਾਂ ਨੇ ਇਸ਼ਨਾਨ ਕਰਕੇ ਫਿਰ ਆਉਣਾ ਹੁੰਦਾ ਦਰਬਾਰ ਸਾਹਿਬ। 10:30 ਵਜੇ ਆ ਕਰਕੇ ਜੇ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇ ਫਿਰ ਅੰਮ੍ਰਿਤ ਸੰਚਾਰ ਵਾਸਤੇ, ਨਹੀਂ ਤੇ ਜਿਹੜਾ ਰੋਜ਼ ਦਾ ਰੂਟੀਨ ਹੈ ਉਸ ਰੂਟੀਨ ਅਨੁਸਾਰ ਗੁਰੂ ਸਾਹਿਬ ਨੂੰ ਆਰਤੀ ਸਵੇਰ ਦੇ ਵੇਲੇ ਜਿਹੜੀ ਹੁੰਦੀ ਹੈ ਉਹ ਆਰਤੀ ਕਰਕੇ ਫਿਰ ਦੁਪਹਿਰੇ 7 ਥਾਲ ਦਾ ਭੋਗ ਲੱਗਦਾ ਹੈ। ਵਿਸ਼ੇਸ਼ ਕਰਕੇ ਇੱਥੇ ਉਹ 7 ਥਾਲ ਦੇ ਭੋਗ ਦੇ ਵਿੱਚ ਕੜਾਹ ਪ੍ਰਸ਼ਾਦ, ਟਿੱਕੀ ਪ੍ਰਸ਼ਾਦ, ਹਾਂਜੀ, ਤੇ ਭੋਗ ਦੀ ਇੱਥੇ ਦਾਲ ਮਿਲਦੀ ਹੈ, ਫਿਰ ਖੀਰ ਹੁੰਦੀ ਹੈ ਤੇ ਪੂਰੀ ਹੁੰਦੀ ਹੈ। ਇਸ ਤਰੀਕੇ ਦੇ ਨਾਲ 7 ਅਲੱਗ-ਅਲੱਗ ਪ੍ਰਸ਼ਾਦ ਜਿਹੜੇ ਨੇ ਇੱਥੇ ਗੁਰੂ ਸਾਹਿਬ ਨੂੰ ਭੋਗ ਲੱਗਣ ਦੇ ਬਾਅਦ ਫਿਰ ਉਹ ਪ੍ਰਸ਼ਾਦ ਸੰਗਤ ਨੂੰ ਮਿਲਦਾ ਹੈ। ਉਹ ਪ੍ਰਸ਼ਾਦ ਦਾ ਭੋਗ ਜਥੇਦਾਰ ਸਾਹਿਬ ਆਪ ਲਵਾਉਂਦੇ ਗੁਰੂ ਸਾਹਿਬ ਨੂੰ। ਉਸ ਦੇ ਬਾਅਦ ਫਿਰ ਜਿਨ੍ਹਾਂ ਦੇ ਪਾਠ ਇੱਥੇ ਤਖਤ ਸਾਹਿਬ ਤੇ ਆਰੰਭ ਕੀਤੇ ਗਏ ਹਨ, ਉਹਨਾਂ ਦੇ ਪਾਠ ਦੀ ਅਰਦਾਸ ਵੀ ਜਥੇਦਾਰ ਸਾਹਿਬ ਆਪ ਕਰਦੇ। ਫਿਰ ਉਸ ਦੇ ਬਾਅਦ 12 ਵਜੇ ਕਿਵਾੜ ਜਿਹੜਾ ਹੈ ਆਰੰਭ ਪਾਠ ਕਰਨ ਦੇ ਬਾਅਦ ਸਾਹਮਣੇ ਵਾਲਾ ਜਿਹੜਾ ਇੱਕ ਕਿਵਾੜ ਖੁੱਲਿਆ ਹੁੰਦਾ ਉਹ ਕਿਵਾੜ ਬੰਦ ਕਰ ਦਿੰਦੇ। ਫਿਰ ਉਹ ਬੰਦ ਹੋਣ ਦੇ ਬਾਅਦ ਜਿਹੜਾ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਉਸ ਦੀ ਕਥਾ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਕਥਾ ਹੈ, ਜਦੋਂ ਜਥੇਦਾਰ ਸਾਹਿਬ ਸਵੇਰੇ ਚਲੇ ਜਾਂਦੇ 7:30 ਵਜੇ, 7:30 ਤੋਂ ਲੈ ਕੇ 8:30 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਹੁੰਦੀ ਤੇ ਉਸ ਦੇ ਬਾਅਦ ਫਿਰ ਸ਼ਾਮੀ ਦੁਪਹਿਰੇ 4 ਵਜੇ ਹਨਾ 4 PM ਜਥੇਦਾਰ ਸਾਹਿਬ ਆ ਕੇ ਫਿਰ 4 ਵਜੇ ਗੁਰੂ ਸਾਹਿਬ ਨੂੰ ਜਿਹੜਾ ਹੈ ਸੁਖ ਨਿਦਾਨ ਦਾ ਭੋਗ ਲੱਗਦਾ ਹੈ। ਉਹ ਭੋਗ ਲਵਾਉਣ ਵਾਸਤੇ ਜਥੇਦਾਰ ਸਾਹਿਬ ਆਪ ਇਸ਼ਨਾਨ ਪਾਣੀ ਕਰਕੇ ਆ ਕੇ ਭੋਗ ਲਾਉਂਦੇ ਹਨ। ਫਿਰ ਉਹ ਆਪਣੇ ਰਿਹਾਇਸ਼ ਚਲੇ ਜਾਂਦੇ। ਫਿਰ 6 ਵਜੇ ਸੋਦਰ ਦਾ ਦੀਵਾਨ ਸਜਦਾ ਹੈ। ਉਸ ਦੀਵਾਨ ਵਾਸਤੇ ਜਥੇਦਾਰ ਸਾਹਿਬ ਆਪ ਫਿਰ ਤੋਂ ਇਸ਼ਨਾਨ ਪਾਣੀ ਕਰਕੇ ਫਿਰ ਆ ਕੇ ਸ਼ਾਮਾਂ ਦੇ ਵੇਲੇ ਫਿਰ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਉਸ ਸਮੇਂ ਜਥੇਦਾਰ ਸਾਹਿਬ ਅੰਦਰ ਹੀ ਹੁੰਦੇ ਹਨ ਆਪਣੀ ਸੇਵਾ ਦੇ ਦੌਰਾਨ। ਫਿਰ ਅਰਦਾਸ ਤੋਂ ਬਾਅਦ ਜਿੰਨੇ ਵੀ 4 ਸਰੂਪ ਜਿਹੜੇ ਸਵੇਰੇ ਅੰਮ੍ਰਿਤ ਵੇਲੇ 2 ਦਿੱਤੇ ਗਏ ਤੇ ਉਸ ਦੇ ਬਾਅਦ ਜਿਹੜੇ 2 ਸਰੂਪ ਹੈਡ ਗ੍ਰੰਥੀ ਸਾਹਿਬ ਨੇ ਪ੍ਰਕਾਸ਼ ਕੀਤੇ, ਉਹਨਾਂ ਦਾ ਸੁਖਾਸਨ ਕਰਕੇ ਉਹ ਸਰੂਪ ਅੰਦਰ ਜਥੇਦਾਰ ਸਾਹਿਬ ਨੂੰ ਦੇ ਦਿੱਤੇ ਜਾਂਦੇ ਹਨ। ਫਿਰ ਉਹਦੇ ਬਾਅਦ ਜਿਵੇਂ ਸਰੂਪ ਦੇ ਦਿੱਤੇ ਗਏ, ਪਿਛਲੇ 3 ਕਿਵਾੜ ਜਿਹੜੇ ਨੇ ਸੋਦਰ ਤੋਂ ਪਹਿਲਾਂ ਉਹ ਖੋਲਦੇ ਨੇ। ਜਿਵੇਂ ਹੀ ਉਹ ਸਰੂਪ ਮਹਾਰਾਜ ਦੇ ਦਿੱਤੇ ਗਏ ਉਸ ਦੇ ਬਾਅਦ 3 ਕਿਵਾੜ ਬੰਦ ਹੋ ਜਾਂਦੇ ਨੇ। ਫਿਰ ਉਹ ਕਿਵਾੜ ਬੰਦ ਹੋਣ ਦੇ ਬਾਅਦ ਆਰਤੀ ਹੁੰਦੀ ਹੈ। ਫਿਰ ਸ਼ਸਤਰਾਂ ਦੇ 4 ਜਿਹੜੇ ਇਤਿਹਾਸਿਕ ਸ਼ਸਤਰ ਹੈ ਉਹਨਾਂ ਦਾ ਦਰਸ਼ਨ ਦਿਦਾਰੇ ਹੁੰਦੇ। ਫਿਰ ਉਹਨਾਂ ਦੇ ਦਰਸ਼ਨ ਦਿਦਾਰੇ ਤੋਂ ਬਾਅਦ ਫਿਰ ਕਿਵਾੜ ਬੰਦ ਕਰਕੇ ਜਥੇਦਾਰ ਸਾਹਿਬ ਚਲੇ ਜਾਂਦੇ। ਉਸ ਦੇ ਬਾਅਦ ਅੱਧਾ ਘੰਟੇ ਦਾ ਸਮਾਂ ਹੁੰਦਾ ਹੈ, ਜਿਸ ਸਮੇਂ ਦੇ ਦੌਰਾਨ ਜਥੇਦਾਰ ਸਾਹਿਬ ਸੰਗਤ ਜਿਹੜੀ ਪੰਜਾਬ ਤੋਂ ਆਈ ਉਹਨਾਂ ਨੂੰ ਦਰਸ਼ਨ ਦਿੰਦੇ ਹਨ। ਉਸ ਦੇ ਬਾਅਦ ਫਿਰ ਉਹਨਾਂ ਨੂੰ ਲੰਗਰ ਪਾਣੀ ਛਕ ਕੇ ਕੀਰਤਨ ਸੋਹਿਲੇ ਦੇ ਪਾਠ ਵਾਸਤੇ ਜਾਣਾ ਹੁੰਦਾ 9 ਵਜੇ। ਇਸ ਸਮੇਂ ਦੇ ਦੌਰਾਨ ਚੌਕੀ ਨਿਕਲਦੀ ਹੈ, ਜਿਸ ਚੌਕੀ ਦੇ ਵਿੱਚ ਜਿਹੜਾ ਹੈ ਸ਼ਬਦ ਹੁੰਦਾ ਹੈ। ਉਹ ਚੌਕੀ ਗੁਰਦੁਆਰੇ ਸਾਹਿਬ ਦੇ ਅੰਦਰਲੀ ਪਰਿਕਰਮਾ, ਬਾਹਰਲੀ ਪਰਿਕਰਮਾ, ਨਿਸ਼ਾਨ ਸਾਹਿਬ, ਥੱਲੜਾ ਨਿਸ਼ਾਨ ਸਾਹਿਬ ਫੇਰੀ ਕਰਕੇ ਫਿਰ ਚੌਕੀ ਵਾਪਸ ਆ ਜਾਂਦੀ। ਉਸ ਦੇ ਬਾਅਦ ਫਿਰ ਜਿੰਨੇ ਵੀ ਇੱਥੇ ਹਜੂਰੀ ਸਿੰਘ ਹੈ ਉਹ ਸਾਰੇ ਬੈਠ ਕੇ ਗੁਰੂ ਸਾਹਿਬ ਨੂੰ ਸਵਈਏ ਜਿਹੜੇ ਗੁਰੂ ਸਾਹਿਬ ਨੇ ਉਚਾਰਨ ਕੀਤੇ ਇੱਕ ਕਰਕੇ ਸਵਈਆ ਉਹ ਸਾਰੇ ਗੱਜਦੇ ਹਨ। ਕਿਉਂਕਿ ਗੁਰੂ ਸਾਹਿਬ ਨਾ ਆਪਣੇ ਜਦੋਂ ਗੁਰੂ ਸਾਹਿਬ ਦਾ ਸਮਾਂ ਸੀ ਉਸ ਸਮੇਂ ਦੇ ਦੌਰਾਨ ਰਾਤ ਦੇ ਸਮੇਂ ਜਿਹੜੇ ਗੁਰੂ ਸਾਹਿਬ ਦੇ ਕਵੀ ਗੁਰੂ ਸਾਹਿਬ ਦੇ ਨਾਲ ਹੁੰਦੇ ਸੀ ਨਾ, ਗੁਰੂ ਸਾਹਿਬ ਦੇ ਕੋਲ 52 ਕਵੀਆਂ ਦਾ ਜਿਹੜਾ ਜ਼ਿਕਰ ਆਂਦਾ ਹੈ ਉਹ ਉਸ ਸਮੇਂ ਦੇ ਦੌਰਾਨ ਹੀ ਜਿਹੜਾ ਸਵਈਏ ਦਾ ਉਚਾਰਨ, ਸੋ ਉਸ ਤਰੀਕੇ ਦੇ ਨਾਲ ਜਿਹੜੀ ਮਰਿਆਦਾ ਹੈ ਉਹ ਸਵਈਆਂ ਦਾ ਉਚਾਰਨ ਕਰਦੇ। ਫਿਰ ਜਿਵੇਂ ਜਥੇਦਾਰ ਸਾਹਿਬ ਆਉਂਦੇ ਹਨ, ਕੀਰਤਨ ਸੋਹਿਲੇ ਦਾ ਪਾਠ ਉਹ ਸਮਾਪਤੀ ਕਰਨ ਤੋਂ ਬਾਅਦ ਸਾਹਮਣੇ ਦਾ ਕਿਵਾੜ ਲਾ ਕੇ ਫਿਰ ਉਹ ਆਰਾਮ ਕਰਨ ਵਾਸਤੇ 10 ਵਜੇ ਚੱਲ ਜਾਂਦੇ। ਫਿਰ ਉਹਦੇ ਬਾਅਦ ਨੈਕਸਟ ਡੇ ਦਾ ਜਿਹੜਾ ਰੂਟੀਨ ਹੈ ਉਹ ਫਿਰ ਸ਼ੁਰੂ ਹੁੰਦਾ। ਇਸ ਤਰੀਕੇ ਦੇ ਨਾਲ ਪੂਰਾ ਦਿਨ ਦਾ ਜਿਹੜਾ ਰੂਟੀਨ ਹੈ ਉਹ ਇਸ ਤਰੀਕੇ ਦਾ ਹਜੂਰ ਸਾਹਿਬ ਵਿਖੇ। ਦਿਲ ਤਾਂ ਨਹੀਂ ਕਰਦਾ ਕਿ ਆਪਾਂ ਗੱਲਬਾਤ ਸਿਲਸਿਲਾ ਬੰਦ ਕਰੀਏ, ਆਪਣਾ ਸਮਾਂ ਵੀ ਹੋ ਚੱਲਿਆ, ਪਰ ਆਪ ਜੀ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਇਤਿਹਾਸ ਵੀ ਜ਼ਰੂਰ ਸੰਗਤਾਂ ਦੇ ਨਾਲ ਸਾਂਝ ਪਾਓ, ਫਿਰ ਆਪਾਂ ਸਮਾਪਤੀ ਵੱਲ ਜਾਣਾ ਹੈ ਜੀ। ਜਿਹੜੀ ਇਹ ਪਾਵਨ ਪਵਿੱਤਰ ਧਰਤੀ ਹੈ ਇਹ ਸਤਯੁਗ ਦਾ ਤਪ ਅਸਥਾਨ ਹੈ, ਜਿੱਥੇ ਸਤਯੁਗ ਦੇ ਵਿੱਚ ਨਿਰੰਕਾਰ ਨੇ ਆਪ ਇਸ ਧਰਤੀ ਦੇ ਉੱਪਰ ਤਪ ਕੀਤਾ ਸੀ।
ਉਹ 40 ਕੋਸ ਦੀ ਗਿਰਦ ਦੇ ਵਿੱਚ ਇੱਕ ਇੱਕ ਅੱਖਰ ਦਾ ਨਿਰੰਕਾਰ ਨੇ ਆਪ ਇਸ ਧਰਤੀ ਦੇ ਵਿੱਚ ਸਵਾ ਕਲਪ ਇੱਥੇ ਰਹਿ ਕੇ ਜਾਪ ਕੀਤਾ। ਉਹ 4 ਅੱਖਰ ਹਨ ਵਾਵਾ ਵਾਸਦੇਵ, ਹਾਹਾ ਹਰੀ, ਗੱਗਾ ਗੋਵਿੰਦ ਤੇ ਰਰਾ ਰਾਮ। ਇਹ ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ ਦੇ ਵਿੱਚ ਜਿਹੜੇ 4 ਨਾਂ ਲਿੱਤੇ ਜਾਂਦੇ ਹਨ, ਉਹਨਾਂ ਦਾ ਨਿਰੰਕਾਰ ਨੇ ਆਪ ਜਿਹੜਾ ਹੈ ਇਸ ਧਰਤੀ ਤੇ ਤਪ ਕੀਤਾ। ਜਦੋਂ ਕਲਯੁਗ ਦੇ ਵਿੱਚ ਨਿਰੰਕਾਰ ਆਪ ਗੁਰੂ ਨਾਨਕ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ। ਇਸ ਧਰਤੀ ਤੇ ਆਉਣ ਦਾ ਕਾਰਨ ਇਹ ਸੀ ਕਿ ਧਰਤੀ ਦੇ ਉੱਪਰ ਪਾਪ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਨਿਰੰਕਾਰ ਨੂੰ ਆਪ ਗੁਰੂ ਨਾਨਕ ਦਾ ਰੂਪ ਲੈ ਕੇ ਇਸ ਧਰਤੀ ਤੇ ਆਣਾ ਪਿਆ। ਜਦੋਂ ਗੁਰੂ ਨਾਨਕ ਆਪ ਇਸ ਧਰਤੀ ਤੇ ਆਏ, ਫਿਰ ਮਹਾਰਾਜ ਨੇ ਜਿਹੜੇ 4 ਯੁੱਗ ਦੇ 4 ਨਾਂ ਸੀ, ਵਾਵਾ ਵਾਸਦੇਵ, ਹਾਹਾ ਹਰੀ, ਗੱਗਾ ਗੋਬਿੰਦ ਤੇ ਰਰਾ ਰਾਮ, ਇਹਨਾਂ 4 ਅੱਖਰਾਂ ਦੇ ਵਿੱਚੋਂ ਪਹਿਲਾ ਅੱਖਰ ਲੈ ਕੇ ਇੱਕ ਮੰਤਰ ਬਣਾਇਆ, ਵਾਹਿਗੁਰੂ, ਤਾਂ ਜੋ ਕਲਯੁਗ ਦੇ ਵਿੱਚ ਜਿਹੜਾ ਵਾਹਿਗੁਰੂ ਕਹਿ ਲੇਗਾ ਉਸ ਨੂੰ ਇਸ 4 ਨਾਂ ਦੇ 4 ਯੁੱਗ ਦੀ ਪ੍ਰਾਪਤੀ ਇੱਕੋ ਨਾਂ ਦੇ ਵਿੱਚ ਹੋਏਗੀ। ਸੋ ਜਿਸ ਅਸਥਾਨ ਤੇ ਆਪ ਨਿਰੰਕਾਰ ਨੇ ਸਤਯੁਗ ਦੇ ਵਿੱਚ ਤਪ ਕੀਤਾ, ਉਸੇ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹੜੇ 10 ਗੁਰੂ ਸਾਹਿਬ ਸਾਡੇ ਹੋਏ, 10 ਗੁਰੂ ਸਾਹਿਬ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਤਿਆਰ ਕੀਤਾ ਗਿਆ, ਉਸੇ 10 ਗੁਰੂਆਂ ਦੀ ਜੋਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਤਯੁਗ ਦੇ ਤਪ ਅਸਥਾਨ ਵਿਖੇ ਆ ਕੇ ਗੁਰਤਾ ਗੱਦੀ ਦਿੱਤੀ। ਸੋ ਆਪ ਜੀ ਇਹ ਜਿਹੜਾ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜਿਹੜਾ ਨਾਂ ਹੈ, ਪਹਿਲਾ ਜਿਹੜਾ ਵਰਡ ਹੈ ਇਸ ਦਾ ਉਹ ਹੈ ਤਖਤ। ਤਖਤ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਨੇ ਇੱਥੋਂ ਸੰਸਾਰ ਦੇ ਪ੍ਰਤੀ, ਸਮੁੱਚੇ ਸੰਸਾਰ ਦੇ ਪ੍ਰਤੀ ਇੱਕ ਹੁਕਮਨਾਮਾ ਜਾਰੀ ਕੀਤਾ। ਉਹ ਹੁਕਮਨਾਮਾ ਇਹ ਹੈ, ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋਚ ਹੈ, ਖੋਜ ਸ਼ਬਦ ਮੈਂ ਲੈ। ਇਹ ਜਿਹੜਾ ਹੁਕਮਨਾਮਾ ਹੈ, ਮਹਾਰਾਜ ਨੇ ਇਸ ਪਾਵਨ ਪਵਿੱਤਰ ਧਰਤੀ ਤੋਂ ਇਹ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਇਸ ਕਰਕੇ ਇਸ ਨੂੰ ਤਖਤ ਕਿਹਾ ਜਾਂਦਾ ਹੈ। ਉਸ ਦੇ ਬਾਅਦ ਸੱਚਖੰਡ ਤਾਂ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਅਖੀਰਲਾ ਸਮਾਂ ਸੱਚਖੰਡ ਗਮਨ, ਜੋਤੀ ਜੋਤ ਜਿਹੜਾ ਹੈ ਗੁਰੂ ਸਾਹਿਬ ਨੇ ਆਪ ਇਸ ਧਰਤੀ ਤੇ ਸਮਾਇਆ, ਇਸ ਕਰਕੇ ਮਹਾਰਾਜ ਦਾ ਇਹ ਸੱਚਖੰਡ ਅਸਥਾਨ ਹੈ। ਫਿਰ ਸ਼੍ਰੀ ਹਜ਼ੂਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਆਪ ਇਸ ਧਰਤੀ ਤੇ ਵਰ ਦਿੱਤਾ ਕਿ ਜਦੋਂ ਵੀ ਕੋਈ ਔਖੜ ਸਮਾਂ ਆਵੇਗਾ, ਤੁਸੀਂ ਅਰਦਾਸ ਕਰੋਗੇ, ਮੇਰਾ ਸੀਨਾ ਹਰ ਵੇਲੇ ਤੁਹਾਡੇ ਲਈ ਹਾਜ਼ਰ ਰਹੇਗਾ। 4 ਪਹਿਰ ਵਿੱਚੋਂ ਗੁਰੂ ਸਾਹਿਬ 3 ਪਹਿਰ ਆਪ ਇੱਥੇ ਹਾਜ਼ਰ ਹਨ, ਇਸ ਕਰਕੇ ਇਸ ਨੂੰ ਹਜ਼ੂਰ ਸਾਹਿਬ ਕਿਹਾ ਜਾਂਦਾ ਹੈ। ਅਬਚਲ ਨਗਰ ਸਾਹਿਬ ਇਸ ਨਗਰੀ ਦਾ ਨਾਂ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਜਿਹੜੀ ਮਰਿਆਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦਾ ਰੂਪ ਜਾਣ ਕੇ ਦੂਸਰੀ ਗੱਦੀ ਦਿੱਤੀ, ਉਸ ਸਮੇਂ ਜਿਹੜੀ ਮਰਿਆਦਾ ਮਹਾਰਾਜ ਨੇ ਆਪ ਜਿਸ ਦੇ ਨਾਲ ਗੁਰਤਾ ਗੱਦੀ ਦਿੱਤੀ ਸੀ, 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕੀਤੇ, ਉਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ 5 ਪੈਸੇ ਨਾਰੀਅਲ ਚੰਦਨ ਦਾ ਤਿਲਕ ਲਵਾ ਕੇ 5 ਪਰਿਕਰਮੇ ਕਰਕੇ ਆਪ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ। ਉਹ ਹੁਕਮਨਾਮਾ ਉਦੋਂ ਮਿਲਿਆ, ਛੰਤ ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਇਸ ਕਰਕੇ ਹੁਕਮਨਾਮੇ ਦੇ ਆਧਾਰ ਤੇ ਇਸ ਨਗਰੀ ਦਾ ਨਾਂ ਜਿਹੜਾ ਹੈ ਅਬਚਲ ਨਗਰ ਸਾਹਿਬ ਰੱਖਿਆ, ਤਾਂ ਕਿ ਉਸ ਹੁਕਮਨਾਮੇ ਦੇ ਵਿੱਚੋਂ ਜਿਹੜਾ ਅਬਚਲ ਨਗਰ ਗੋਬਿੰਦ ਗੁਰੂ ਕਾ ਜਿਹੜਾ ਹੁਕਮਨਾਮਾ ਬਖਸ਼ੀਸ਼ ਹੋਇਆ, ਉਸ ਦੇ ਵਿੱਚੋਂ ਇਹ ਅਬਚਲ ਨਗਰ ਸਾਹਿਬ ਰੱਖਿਆ। ਸੋ ਇਹ ਜਿਹੜਾ ਹੈ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਦੀ ਜਿਹੜੀ ਵਿਸ਼ੇਸ਼ਤਾ ਜਿਹੜਾ ਅਸੀਂ ਜਾਣਦੇ ਹਾਂ, ਉਸ ਦਾ ਇਤਿਹਾਸ ਇਸ ਤਰੀਕੇ ਦੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਹਜੂਰ ਸਾਹਿਬ ਦੀ ਜੋ ਹਿਸਟਰੀ ਜੋ ਦਾਸ ਪਾਸੋਂ ਸਰਵਣ ਕਰਾਈ ਹੈ,
ਕਹਿਣ ਲੱਗਿਆਂ ਬੋਲਣ ਲੱਗਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਖਿਮਾ ਦਾ ਜਾਚਕ ਹੈ। ਹੁਣ ਦਾਸ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।